ਹੈਲੋ ਦੋਸਤੋ, ਵੈਲਕਮ ਹੈ ਤੁਹਾਡੇ ਆਪਣੇ ਚੈਨਲ ਪੰਜਾਬ ਸਟੱਡੀ ਆਈਕਿਊ ਦੇ ਉੱਪਰ। ਤੇ ਅੱਜ ਦਾ ਆਪਣਾ ਟੌਪਿਕ ਹੈ ਜੀਓਗ੍ਰਾਫੀ ਆਫ ਇੰਡੀਆ। ਠੀਕ ਹੈ, ਮਤਲਬ ਕਿ ਆਪਾਂ ਕਾਹਦੇ ਬਾਰੇ ਗੱਲ ਕਰਾਂਗੇ? ਜੀਓਗ੍ਰਾਫੀ ਆਫ ਇੰਡੀਆ। ਤਾਂ ਇਹਦੇ ਜਿਹੜੇ ਵੀ ਬੇਸਿਕ ਫੀਚਰ ਨੇ ਆਪਾਂ ਉਹਨਾਂ ਦੇ ਬਾਰੇ ਦੇਖਾਂਗੇ, ਵੀ ਜਿਵੇਂ ਕਿ ਨਾਮ ਵਗੈਰਾ ਕੀ ਹੋ ਗਏ, ਲੌਂਗੀਟਿਊਡ, ਲੈਟੀਟਿਊਡ, ਇਹਨਾਂ ਦੇ ਬਾਰੇ ਜਦ ਆਪਾਂ ਗੱਲ ਕਰ ਲਈ, ਫਿਰ ਇਹ ਤੋਂ ਬਾਅਦ ਵਿੱਚ ਜਦੋਂ ਆਪਾਂ 1 ਬਾਏ 1 ਕਰਕੇ ਇਹਦੇ ਅੱਗੇ ਚੈਪਟਰਾਂ ਦੇ ਵਾਈਜ਼ ਗੱਲ ਕਰਾਂਗੇ ਤਾਂ ਰਾਜੇ ਤੁਹਾਨੂੰ ਉੱਥੇ ਫਿਰ ਕੋਈ ਸਮੱਸਿਆ ਨਾ ਆਵੇ, ਨਹੀਂ ਫਿਰ ਤੁਸੀਂ ਉੱਥੇ ਉਲਝ ਜਾਣਾ। ਤਾਂ ਕਰਕੇ ਆਪਾਂ ਬਾਕੀ ਦਾ ਜੋ ਵੀ ਟੌਪਿਕ ਵਾਈਜ਼ ਆਪਾਂ ਸਟਾਰਟ ਕਰਨਾ ਸਾਰੇ ਕਵਰ ਕਰਾਂਗੇ। ਤਾਂ ਉਹ ਤੋਂ ਪਹਿਲਾਂ ਆਪਾਂ ਚਾਹੁੰਦੇ ਹਾਂ ਵੀ ਜੇ ਇੱਕ ਬੇਸਿਕ ਆਈਡੀਆ ਉਹ ਤੁਹਾਡੇ ਮਨ ਦੇ ਵਿੱਚ ਕਲੀਅਰ ਹੋ ਜੇ। ਤਾਂ ਰਾਜੇ ਆ ਆਪਣਾ ਅੱਜ ਦਾ ਥੰਬਨੇਲ ਆ ਜਿਹਦੇ ਬਾਰੇ ਆਪਾਂ ਗੱਲ ਕਰਨੀ ਆ ਅਬਾਊਟ ਇੰਡੀਆ। ਐਂਡ ਤੁਸੀਂ ਸਾਡੇ ਚੈਨਲ ਨੂੰ ਰਾਜੇ ਫੋਲੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਠੀਕ ਆ, ਤੁਸੀਂ ਅਗਰ ਇਹਦਾ PDF ਚਾਹੁੰਦੇ ਹੋ ਰਾਜੇ ਤਾਂ ਤੁਸੀਂ ਟੈਲੀਗ੍ਰਾਮ ਦੇ ਉੱਤੇ ਜੁਆਇਨ ਕਰ ਸਕਦੇ ਹੋ ਸਾਨੂੰ, ਪੰਜਾਬ_study_IQ। ਔਰ ਤੁਸੀਂ ਇੰਸਟਾਗ੍ਰਾਮ 'ਤੇ ਵੀ ਸਾਡੇ ਨਾਲ ਜੁੜ ਸਕਦੇ ਹੋ, ਪੰਜਾਬ ਸਟੱਡੀ IQ, ਦਿਸ ਇਜ਼ ਆਵਰ ਚੈਨਲ। ਐਂਡ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਰਾਜੇ, ਪੰਜਾਬ ਸਟੱਡੀ IQ। ਓਕੇ, ਚਲੋ ਬਿਨਾਂ ਕਿਸੇ ਦੇਰੀ ਤੋਂ ਰਾਜੇ ਅੱਜ ਦਾ ਆਪਣਾ ਟੌਪਿਕ ਆਪਾਂ ਸਟਾਰਟ ਕਰਦੇ ਹਾਂ। ਤਾਂ ਰਾਜੇ ਜਿਓਗ੍ਰਾਫੀ, ਤਾਂ ਸਾਰਿਆਂ ਨੂੰ ਪਹਿਲਾਂ ਆਪਾਂ ਦੇਖਦੇ ਹਾਂ ਵੀ ਜਿਓਗ੍ਰਾਫੀ ਦਾ ਰਾਜੇ ਫਾਦਰ ਕਿਹਨੂੰ ਕਿਹਾ ਜਾਂਦਾ? ਫਾਦਰ ਆਫ ਦਾ ਜਿਓਗ੍ਰਾਫੀ, ਤਾਂ ਇਹਦਾ ਫਾਦਰ ਕਿਹਾ ਜਾਂਦਾ ਇਰਟੋਸਥਨੀਜ਼ ਨੂੰ। ਠੀਕ ਆ, ਤਾਂ ਆਹ ਰਾਜੇ ਇਹਦੇ ਫਾਦਰ ਦਾ ਨੇਮ ਆ। ਔਰ ਇਹ ਕੀ ਸੀਗਾ? ਇੱਕ ਮੈਥਮੈਟਿਕਸਨ ਸੀਗਾ ਵੈਸੇ ਤਾਂ ਇਹਨਾਂ ਨੇ ਧਰਤੀ ਦੇ ਬਾਰੇ ਇਹਨਾਂ ਨੇ ਕਿਹਾ ਸੀ ਵੀ ਮਤਲਬ ਕਿ ਥੋੜ੍ਹੀ ਜਿਹੀ ਧਰਤੀ ਟਿਲਟ ਵੀ ਹੈ ਰਾਜੇ, ਤਾਂ ਇਹਨਾਂ ਨੂੰ ਆਪਾਂ ਕਹਿੰਦੇ ਆ ਫਾਦਰ ਆਫ ਜਿਓਗ੍ਰਾਫੀ। ਤਾਂ ਤੁਹਾਨੂੰ ਪਤਾ ਲੱਗ ਗਿਆ ਵੀ ਜਿਓਗ੍ਰਾਫੀ ਦੇ ਫਾਦਰ ਕੌਣ ਨੇ? ਇਰਟੋਸਥਨੀਜ਼। ਇਸ ਤੋਂ ਬਾਅਦ ਆਪਾਂ ਹੁਣ ਗੱਲ ਕਰਦੇ ਹਾਂ ਜਿਓਗ੍ਰਾਫੀ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ, ਜੀਓ ਐਂਡ ਗ੍ਰਾਫੀ। ਠੀਕ ਹੈ, ਜੀਓ ਦਾ ਮਤਲਬ ਕੀ ਹੁੰਦਾ? ਅਰਥ। ਅਰਥ ਮੀਨਸ ਧਰਤੀ ਆਪਣੀ ਪੂਰੀ। ਔਰ ਰਾਜੇ ਡਿਸਕ੍ਰਿਪਸ਼ਨ ਕਰਨਾ ਹੁੰਦਾ ਕਿਸੇ ਚੀਜ਼ ਨੂੰ ਦਰਸਾਉਣਾ। ਠੀਕ ਆ, ਤਾਂ ਆਹ ਦੋ ਸ਼ਬਦ ਤਾਂ ਕਲੀਅਰ ਹੋ ਗਏ ਨਾ। ਮਤਲਬ ਪਹਿਲੇ ਨੰਬਰ 'ਤੇ ਸਾਡੇ ਕੋਲ ਹੋ ਗਿਆ ਅਰਥ। ਜੀਓ ਮੀਨਸ ਕੀ ਹੁੰਦਾ ਰਾਜੇ? ਸਾਡੇ ਕੋਲ ਅਰਥ। ਐਂਡ ਸੈਕਿੰਡ ਵਨ ਇਜ਼ ਗ੍ਰਾਫੀ। ਦੋਨੋਂ ਕਲੀਅਰ ਨੇ। ਇਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਜਦੋਂ ਆਪਾਂ ਮਿਲਾ ਕੇ ਦੇਖਦੇ ਹਾਂ ਜੀਓਗ੍ਰਾਫੀ, ਤਾਂ ਸਾਡੇ ਕੋਲ ਬਣ ਜਾਂਦਾ ਡਿਸਕ੍ਰਿਪਸ਼ਨ ਆਫ ਅਰਥ ਇਜ਼ ਕਾਲਡ ਜੀਓਗ੍ਰਾਫੀ। ਤਾਂ ਇਹ ਸਾਡੇ ਕੋਲੇ ਬਣ ਗਈ ਇਹਦੀ ਪਰਿਭਾਸ਼ਾ। ਤਾਂ ਰਾਜੇ ਹੁਣ ਦੇਖੋ ਆਪਣੇ ਕੋਲੇ ਪਤਾ ਲੱਗ ਗਿਆ ਸਾਨੂੰ, ਇੱਕ ਤਾਂ ਇਹਦੇ ਫਾਦਰ ਕੌਣ ਨੇ? ਇਰਟੋਸਥਨੀਜ਼ ਨੇ। ਇਹ ਵੀ ਰਾਜੇ ਕਈ ਸਟੇਟ ਦੇ PCS ਐਗਜ਼ਾਮ 'ਚ ਵੀ ਇਹ ਕੁਐਸਚਨ ਪੁੱਛਿਆ ਜਾ ਚੁੱਕਿਆ ਵੀ ਜਿਓਗ੍ਰਾਫੀ ਦੇ ਫਾਦਰ ਕੌਣ ਨੇ। ਇਸ ਤੋਂ ਬਾਅਦ ਆਪਾਂ ਜੇ ਦੇਖੀਏ ਰਾਜੇ ਡੈਫੀਨੇਸ਼ਨ ਦੀ ਗੱਲ ਹੋ ਗਈ ਆਪਣੇ ਕੋਲ। ਠੀਕ ਆ, ਵੀ ਮਤਲਬ ਕਿ ਕੀ ਆ ਜਿਓਗ੍ਰਾਫੀ? ਮਤਲਬ ਅਰਥ ਐਂਡ ਡਿਸਕ੍ਰਿਪਸ਼ਨ, ਇਹਨਾਂ ਦੋਨਾਂ ਨੂੰ ਜਦੋਂ ਆਪਾਂ ਕੰਬਾਈਨ ਕਰਤਾ ਦੈਨ ਆਪਣੇ ਕੋਲ ਡੈਫੀਨੇਸ਼ਨ ਬਣ ਗਈ ਡਿਸਕ੍ਰਿਪਸ਼ਨ ਆਫ ਅਰਥ ਇਜ਼ ਕਾਲਡ ਜਿਓਗ੍ਰਾਫੀ। ਕਲੀਅਰ ਆ? ਓਕੇ, ਅੱਗੇ ਰਾਜੇ ਆਪਾਂ ਗੱਲ ਕਰਦੇ ਹਾਂ ਇੰਡੀਆ ਦੇ ਨੇਮਸ ਦੇ ਬਾਰੇ। ਇੰਡੀਆ ਦੇ ਨੇਮਸ ਕਿੰਨੇ ਆ? ਆਪਾਂ ਨੂੰ ਤਾਂ ਇੱਥੇ ਦੋ ਹੀ ਪਤਾ ਨੇ। ਆਪਾਂ ਜਾਂ ਤਾਂ ਕਹਿੰਦੇ ਆ ਹਿੰਦੁਸਤਾਨ, ਜਾਂ ਆਪਾਂ ਕਹਿੰਦੇ ਆ ਇੰਡੀਆ, ਜਾਂ ਆਪਾਂ ਕਹਿੰਦੇ ਆ ਭਾਰਤ। ਤਾਂ ਰਾਜੇ ਕੀ ਵੀ ਇੰਨੇ ਨਾਮ ਹੀ ਭਾਰਤ ਦੇ ਨੇ? ਇਹਨਾਂ ਤੋਂ ਬਿਨਾਂ ਹੋਰ ਵੀ ਕਈ ਹੋਰ ਨਾਮ ਨੇ ਭਾਰਤ ਦੇ, ਜਿਨ੍ਹਾਂ ਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ। ਤਾਂ ਰਾਜੇ ਚਲੋ ਦੇਖਦੇ ਹਾਂ ਆਪਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਭਾਰਤ ਦੀ। ਹੁਣ ਰਾਜੇ ਭਾਰਤ ਨਾਮ ਨੂੰ ਲੈ ਕੇ ਹੁਣ ਆਪਾਂ ਨੂੰ ਪਤਾ ਵੀ ਆਪਾਂ ਇੰਡੀਆ ਨੂੰ ਭਾਰਤ ਵੀ ਕਹਿੰਦੇ ਆ, ਕਿਉਂਕਿ ਆਪਣਾ ਕੌਨਸਟੀਟਿਊਸ਼ਨ ਵੀ ਕਹਿੰਦਾ ਇੰਡੀਆ ਦੈਟ ਇਜ਼ ਭਾਰਤ। ਤਾਂ ਮਤਲਬ ਉਹਦੇ 'ਚ ਵੀ ਆਪਣੇ ਕੋਲੇ ਇੰਡੀਆ ਦੇ ਨਾਲ ਨਾਲ ਆਪਣੇ ਕੋਲੇ ਕਾਹਦਾ ਜ਼ਿਕਰ ਆਉਂਦਾ? ਭਾਰਤ ਦਾ ਜ਼ਿਕਰ ਆਉਂਦਾ। ਤਾਂ ਇਹ ਤੋਂ ਬਾਅਦ 'ਚ ਹੁਣ ਜੇ ਆਪਾਂ ਗੱਲ ਕਰਦੇ ਹਾਂ ਬਈ ਭਾਰਤ ਨਾਮ ਕਾਹਦੇ ਨਾਮ 'ਤੇ ਪਿਆ? ਰਾਜੇ ਦੇਖੋ ਜਦੋਂ ਆਪਣੇ ਵੈਦਿਕ ਕਾਲ ਸ਼ੁਰੂ ਹੋਇਆ ਤਾਂ ਮਤਲਬ ਕਿ ਆਰੀਅਨਸ ਆਏ, ਤਾਂ ਉਹਨਾਂ ਨੇ ਆਪਣੇ ਇੱਥੇ ਵੇਦ ਬੂਦ ਰਚੇ, ਮਤਲਬ ਕਿ ਵੇਦ ਰਚੇ ਇੱਥੇ ਆਪਣੇ। ਠੀਕ ਆ, ਉਹਨਾਂ ਨੇ ਕਾਹਦੀ ਰਚਨਾ ਕੀਤੀ? ਵੇਦਾਂ ਦੀ ਰਚਨਾ ਕੀਤੀ। ਤਾਂ ਉਹਨਾਂ ਦੇ ਵਿੱਚੋਂ ਆਪਣੇ ਰਮਾਇਣ ਤੇ ਮਹਾਭਾਰਤ ਵੀ ਉਦੋਂ ਹੀ ਰਚੇ ਗਏ ਸੀ। ਹੁਣ ਮਹਾਭਾਰਤ ਦੇ ਬਾਰੇ ਆਪਾਂ ਜੇ ਇੱਕ ਫੈਕਟ ਦੇਖੀਏ ਤਾਂ ਇਹ ਰਾਜੇ ਭਾਰਤ ਦਾ ਤਾਂ ਆਪਣੇ ਹੈ ਹੀ ਹੈ, ਪਰ ਪੂਰੀ ਦੁਨੀਆ ਦੇ ਵਿੱਚੋਂ ਸਭ ਤੋਂ ਵੱਡਾ ਐਪਿਕ ਕੌਣ ਆ? ਮਹਾਭਾਰਤ ਆ। ਕਿਹੜਾ ਐਪਿਕ ਆ? ਮਹਾਭਾਰਤ ਐਪਿਕ, ਜਾਣੀ ਕਿ ਸਭ ਤੋਂ ਵੱਡਾ ਐਪਿਕ ਆ। ਹੁਣ ਮਹਾਭਾਰਤ ਦੇ ਵਿੱਚ ਰਾਜੇ ਆਪਾਂ ਜੇ ਗੱਲ ਕਰੀਏ, ਆਪਾਂ ਕਾਹਦੀ ਗੱਲ ਕਰਦੇ ਹਾਂ ਇੱਥੇ? ਆਪਣੇ ਕੋਲੇ ਗੱਲ ਕਰਦੇ ਹਾਂ ਆਪਾਂ ਮਹਾਭਾਰਤ। ਮਹਾਭਾਰਤ ਦੇ ਵਿੱਚ ਰਾਜੇ ਜੋ ਆਪਣੇ ਕੋਲੇ ਹਰਿਆਣਾ ਹੈ, ਹਰਿਆਣੇ ਦਾ, ਠੀਕ ਆ, ਹਰਿਆਣੇ ਦਾ ਅੱਜ ਆਪਣੇ ਕੋਲੇ ਕਿਹੜਾ ਏਰੀਆ ਹੈਗਾ? ਹਰਿਆਣੇ ਦਾ ਅੱਜ ਆਪਣੇ ਕੋਲੇ ਕੁਰੂਕਸ਼ੇਤਰ ਦਾ ਏਰੀਆ ਨਾ। ਤਾਂ ਕੁਰੂਕਸ਼ੇਤਰ ਦੇ ਏਰੀਏ ਨੂੰ ਰਾਜੇ ਉਦੋਂ ਕੀ ਕਹਿੰਦੇ ਸੀ? ਉਹ ਟਾਈਮ 'ਤੇ ਸੀ ਇਹਨੂੰ ਕਹਿੰਦੇ ਸੀ ਕੁਰੂ। ਤਾਂ ਰਾਜੇ ਤੁਸੀਂ ਜਿੰਨਾ ਕੁ ਦਾ ਹੈ ਇੱਥੇ ਤੁਹਾਡੇ ਕੋਲ ਸਲਾਈਡ 'ਚ ਉਹਨਾਂ ਤਾਂ ਤੁਸੀਂ ਇੱਥੋਂ ਨੋਟ ਕਰ ਲੈਣਾ, ਸਕਰੀਨਸ਼ਾਟ ਕਰ ਲੈਣਾ। ਬਾਕੀ ਰਾਜੇ ਕਾਪੀ ਪੈਨ ਆਪਦਾ ਨਾਲ ਰੱਖਿਆ ਕਰੋ, ਜਿਹੜੀ ਚੀਜ਼ ਮੈਂ ਤੁਹਾਨੂੰ ਕਰਾ ਰਿਹਾ ਤਾਂ ਤੁਸੀਂ ਉਹ ਨਾਲ ਦੀ ਨਾਲ ਨੋਟ ਕਰਨੀ ਆ, ਤਾਂ ਜੋ ਬਾਅਦ ਦੇ ਵਿੱਚ ਤੁਹਾਨੂੰ ਰਿਵਾਈਜ਼ ਕਰਨ ਵੇਲੇ ਕੋਈ ਸਮੱਸਿਆ ਨਾ ਆਵੇ। ਤਾਂ ਮਹਾਭਾਰਤ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਵੀ ਹਰਿਆਣੇ ਦੇ ਕੁਰੂਕਸ਼ੇਤਰ ਨੂੰ ਕੀ ਕਿਹਾ ਗਿਆ? ਉਦੋਂ ਉਹਨੂੰ ਕਿਹਾ ਗਿਆ ਕੁਰੂ। ਤੇ ਉੱਥੇ ਰਾਜੇ ਪੌਰਵ ਵੰਸ਼ ਤੇ ਰਾਜਾ ਕੁਰੂ ਦੀ ਨਗਰੀ ਹੁੰਦੀ ਸੀ। ਠੀਕ ਆ, ਕਿਹੜਾ ਵੰਸ਼ ਸੀਗਾ? ਪੌਰਵ ਵੰਸ਼। ਰਾਜਾ ਕਿਹੜਾ ਸੀ? ਕੁਰੂ। ਉਹਦੀ ਇੱਕ ਨਗਰੀ ਹੁੰਦੀ ਸੀ। ਜਦੋਂ ਉਦੋਂ ਬਾਅਦ ਦੇ ਵਿੱਚ ਉਹ ਤੋਂ ਅੱਗੇ ਉਹਦਾ ਉੱਤਰਾਧਿਕਾਰੀ ਆਉਂਦਾ ਤਾਂ ਉਹਦਾ ਨਾਮ ਸੀ ਰਾਜੇ, ਆ ਇੱਥੇ ਤੁਹਾਡੇ ਕੋਲੇ ਥੋੜ੍ਹਾ ਜਿਹਾ ਇੰਪੋਰਟੈਂਟ ਪੁਆਇੰਟ ਨੇ, ਥੋੜ੍ਹੇ ਜਿਹੇ ਇਹਨਾਂ ਬਾਰੇ ਦੇਖ ਲਿਓ, ਦੁਸ਼ਯੰਤ। ਤਾਂ ਰਾਜੇ ਕਿਹੜਾ ਹੁੰਦਾ ਉੱਤਰਾਧਿਕਾਰੀ? ਉਹਦਾ ਨਾਮ ਸੀਗਾ ਆਪਣੇ ਕੋਲ ਦੁਸ਼ਯੰਤ।
ਔਰ ਦੁਸ਼ਯੰਤ ਇਹਨਾਂ ਦੀ ਰਾਜੇ ਵਾਈਫ ਦਾ ਨਾਮ ਸੀਗਾ ਦੁਸ਼ਯੰਤ ਦੀ ਵਾਈਫ ਦਾ ਨਾਮ ਕੀ ਸੀਗਾ? ਸਕੁੰਤਲਾ। ਠੀਕ ਆ, ਤਾਂ ਰਾਜੇ ਦੁਸ਼ਯੰਤ ਐਂਡ ਸਕੁੰਤਲਾ ਇਹਨਾਂ ਦਾ ਇੱਕ ਪੁੱਤਰ ਸੀਗਾ ਜਿਹਦਾ ਨਾਮ ਸੀ ਭਰਤ। ਵੱਡਾ ਹੋ ਕੇ ਉਹ ਸਮਰਾਟ ਭਰਤ ਦੇ ਨਾਂ ਨਾਲ ਪ੍ਰਸਿੱਧ ਹੋਇਆ। ਤਾਂ ਰਾਜੇ ਹਿੰਦੂ ਤਾਂ ਕਹਿੰਦੇ ਨੇ ਵੀ ਸਾਡਾ ਜਿਹੜਾ ਭਾਰਤ ਵਰਸ਼ ਨਾਮ ਪਿਆ ਉਹ ਸਾਡਾ ਐਵੇਂ ਪਿਆ ਵੀ ਮਤਲਬ ਕਿ ਮਹਾਭਾਰਤ ਦੇ ਵਿੱਚ ਕੁਰੂਕਸ਼ੇਤਰ ਨੂੰ ਕੁਰੂ ਕਿਹਾ, ਉੱਥੇ ਇੱਕ ਪੌਰਵ ਵੰਸ਼ ਹੁੰਦਾ ਸੀ, ਤਾਂ ਉਹਨਾਂ ਦੇ ਵਿੱਚ ਬਾਅਦ ਦੇ ਵਿੱਚ ਕੁਰੂ ਨਗਰੀ ਦਾ ਇੱਕ ਹੋਇਆ ਦੁਸ਼ਯੰਤ, ਉਹਦੀ ਪਤਨੀ ਸਕੁੰਤਲਾ, ਜਾਣੀ ਕਿ ਸਕੁੰਤਲਾ ਔਰ ਦੁਸ਼ਯੰਤ ਤੋਂ ਮਿਲ ਕੇ ਇੱਕ ਪੁੱਤਰ ਪੈਦਾ ਹੋਇਆ ਤੇ ਜਿਹਦਾ ਨਾਮ ਸੀ ਭਰਤ, ਤੇ ਬਾਅਦ ਦੇ ਵਿੱਚ ਉਹ ਸਮਰਾਟ ਭਰਤ ਦੇ ਨਾਮ ਨਾਲ ਪ੍ਰਸਿੱਧ ਹੁੰਦਾ ਔਰ ਉਹਦੇ ਨਾਮ ਤੇ ਹੀ ਸਾਡਾ ਭਾਰਤ ਨਾਮ ਪੈਂਦਾ। ਇਹ ਤਾਂ ਰਾਜੇ ਹੋ ਗਿਆ ਹਿੰਦੂ ਮਤ ਆਪਣਾ। ਕਲੀਅਰ ਆ? ਭਾਰਤ ਨਾਮ ਬਾਰੇ ਕਿਸੇ ਨੂੰ ਕੋਈ ਡਾਊਟ ਦਿੱਕਤ ਹੋਵੇ ਤਾਂ ਰਾਜੇ ਤੁਸੀਂ ਕਮੈਂਟ ਕਰਕੇ ਬਾਅਦ ਚ ਦੱਸ ਦੇਣਾ, ਤੇ ਜੋ ਵੀ ਤੁਹਾਡੇ ਡਾਊਟ ਹੋਣਗੇ ਤੁਸੀਂ ਕਮੈਂਟ ਤੇ ਕਰ ਸਕਦੇ ਹੋ। ਔਰ ਸਾਡੀ ਮੇਲ ਹੈ ਰਾਜੇ ਚੈਨਲ ਤੇ, ਤਾਂ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ। ਔਰ ਸਾਡੇ ਨਾਲ ਕਿਸੇ ਵੀ ਤਰੀਕੇ ਨਾਲ ਤੁਸੀਂ ਕੰਟੈਕਟ ਕਰਨਾ ਚਾਹੋ, ਇੰਸਟਾ ਤੇ ਕਰਨਾ ਚਾਹੋ, ਤਾਂ ਤੁਸੀਂ ਆਪਦੇ ਡਾਊਟ ਨੇ ਜੋ ਵੀ ਤੁਹਾਨੂੰ ਕਲੀਅਰ ਕਰ ਸਕਦੇ ਹੋ। ਤਾਂ ਰਾਜੇ ਇਹਦੇ ਬਾਰੇ ਕਲੀਅਰ ਆ। ਫਿਰ ਇਹ ਤੋਂ ਬਾਅਦ 'ਚ ਇਹਦੇ ਬਾਰੇ ਰਾਜੇ ਇੱਕ ਹੋਰ ਰੌਲਾ ਪੈਂਦਾ। ਠੀਕ ਆ, ਮਤਲਬ ਕਿ ਇਸੇ ਨਾਮ ਨੂੰ ਲੈ ਕੇ, ਸਾਡੇ ਭਾਰਤ ਨਾਮ ਨੂੰ ਹੀ ਲੈ ਕੇ ਫਿਰ ਕੌਣ ਕਲੇਮ ਕਰਦੇ ਸੀਗੇ? ਜੈਨਿਜ਼ਮ। ਮਤਲਬ ਕਿ ਜੈਨਿਜ਼ਮ ਮਤ ਸੀਗਾ ਜਿੰਨਾ, ਉਹ ਜੈਨੀ ਕਹਿੰਦੇ ਨੇ ਵੀ ਸਾਡੇ ਨਾਮ ਤੇ ਆ। ਤਾਂ ਰਾਜੇ ਇਹਦੇ ਹਿਸਾਬ ਨਾਲ ਕੀ ਸੀਗਾ? ਜੈਨਿਜ਼ਮ ਦੇ ਵਿੱਚ ਇਹਨਾਂ ਦੇ ਵਿੱਚ ਜੈਨੀਆਂ ਦਾ ਜੋ ਫਸਟ ਇਹਨਾਂ ਦੇ ਤੀਰਥੰਕਰ ਹੋਏ ਨੇ ਰਾਜੇ, ਠੀਕ ਆ, ਜਿਹੜੇ ਜੈਨੀਆਂ ਦੇ ਫਸਟ ਤੀਰਥੰਕਰ ਹੋਏ ਨੇ ਉਹਨਾਂ ਦਾ ਨਾਮ ਕੀ ਸੀਗਾ? ਰਿਸ਼ਭਦੇਵ। ਕੀ ਨਾਮ ਸੀ ਉਹਨਾਂ ਦਾ? ਰਿਸ਼ਭਦੇਵ। ਤਾਂ ਰਾਜੇ ਇਹਨਾਂ ਦੇ ਦੋ ਪੁੱਤਰ ਹੋਏ। ਰਿਸ਼ਭਦੇਵ ਦੇ ਕਿੰਨੇ ਪੁੱਤਰ ਸੀਗੇ? ਅੱਗੇ ਇਹਨਾਂ ਦੇ ਦੋ ਪੁੱਤਰ ਹੋਏ ਨੇ ਜਿਨ੍ਹਾਂ ਦਾ ਨਾਮ ਸੀਗਾ ਰਾਜੇ, ਇੱਕ ਤਾਂ ਵੱਡਾ ਪੁੱਤਰ ਸੀਗਾ, ਮੈਂ ਵੱਡੇ ਪੁੱਤਰ ਦਾ ਨਾਮ ਇੱਧਰ ਲਿਖਣਾ ਰਾਜੇ, ਦੂਜਾ ਛੋਟਾ ਪੁੱਤਰ ਹੋਊਗਾ। ਵੱਡੇ ਪੁੱਤਰ ਦਾ ਨਾਮ ਹੈ ਆਪਣੇ ਕੋਲ ਭਰਤ ਔਰ ਦੂਸਰੇ ਦਾ ਨਾਮ ਸੀ ਰਾਜੇ, ਛੋਟੇ ਪੁੱਤਰ ਦਾ ਨਾਮ ਸੀਗਾ ਗੁਮਟੇਸ਼ਵਰ। ਰਾਜੇ ਦੋਨੋਂ ਨਾਮ ਹੀ ਬੜੇ ਇੰਪੋਰਟੈਂਟ ਨੇ। ਠੀਕ ਆ, ਤੁਸੀਂ ਨੋਟ ਕਰ ਲੈਣਾ, ਹਾਈਲਾਈਟ ਕਰ ਲਿਓ। ਇਹ ਵੀ ਕਈ ਕੁਐਸਚਨਾਂ ਦੇ ਵਿੱਚ ਆ ਚੁੱਕਿਆ ਰਾਜੇ ਆਲਰੇਡੀ। ਜਦੋਂ ਆਪਾਂ MCQ ਦੀ ਪ੍ਰੈਕਟਿਸ ਕਰਾਂਗੇ ਤਾਂ ਉਦੋਂ ਤੁਹਾਨੂੰ ਦਿਖਾਵਾਂਗੇ ਰਾਜੇ ਕਿਹੜੇ ਕਿਹੜੇ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਆਲਰੇਡੀ ਪੁੱਛੇ ਜਾ ਚੁੱਕੇ ਆ, ਤਾਂ ਉਦੋਂ ਤੁਹਾਨੂੰ ਪਤਾ ਲੱਗਣਾ ਵੀ ਇਹਨਾਂ ਦੀ ਵੈਲਿਊ ਤੁਹਾਡੇ ਲਈ ਕੀ ਆ ਔਰ ਕਿਉਂ ਇੰਪੋਰਟੈਂਟ ਨੇ। ਤਾਂ ਰਾਜੇ ਇਹਦੇ ਦੋ ਪੁੱਤਰ ਸੀ, ਆਪਾਂ ਗੱਲ ਕੀਤੀ, ਇੱਕ ਦਾ ਨਾਮ ਆ ਭਰਤ, ਦੂਸਰੇ ਦਾ ਨਾਮ ਆ ਗੁਮਟੇਸ਼ਵਰ। ਤੀਰਥੰਕਰ ਰਿਸ਼ਭਦੇਵ ਜੈਨ ਦੇ ਵੱਡੇ ਪੁੱਤਰ ਭਰਤ ਦੇ ਨਾਂ ਤੇ ਭਾਰਤ ਵਰਸ਼ ਨਾਮ ਪਿਆ ਰਾਜੇ। ਉਹ ਕਹਿੰਦੇ ਨੇ ਵੀ ਜਿਹੜਾ ਰਿਸ਼ਭਦੇਵ ਜੀ ਦਾ ਵੱਡਾ ਪੁੱਤਰ ਸੀ, ਠੀਕ ਆ, ਆਹ ਬੜਾ ਭਰਤ, ਤਾਂ ਉਹ ਕਹਿੰਦੇ ਨੇ ਵੀ ਇਹਦੇ ਨਾਮ ਤੇ ਭਾਰਤ ਵਰਸ਼ ਨਾਮ ਪਿਆ, ਜੈਨੀ ਕਲੇਮ ਕਰਦੇ ਨੇ। ਔਰ ਦੂਸਰੇ ਨੰਬਰ ਤੇ ਰਾਜੇ ਇਹਨਾਂ ਦੇ ਜਿਹੜਾ ਦੂਸਰਾ ਪੁੱਤਰ ਸੀਗਾ ਗੁਮਟੇਸ਼ਵਰ, ਇਹ ਵੀ ਰਾਜੇ ਇੱਥੇ ਕਿਉਂ ਇੰਪੋਰਟੈਂਟ ਆ? ਆਪਾਂ ਮਤਲਬ ਕੱਲਾ ਇਹ ਵੀ ਗੱਲ ਕਰ ਸਕਦੇ ਸੀ ਨਾ ਵੀ ਜੈਨੀਆਂ ਦਾ ਇੱਕ ਤੀਰਥੰਕਰ ਹੋਏ ਫਸਟ, ਉਹਨਾਂ ਦਾ ਨਾਮ ਸੀ ਰਿਸ਼ਭਦੇਵ, ਤੇ ਉਹਨਾਂ ਦਾ ਵੱਡਾ ਪੁੱਤਰ ਸੀ ਉਹਦਾ ਨਾਮ ਸੀ ਭਰਤ, ਤਾਂ ਉਹਦੇ ਨਾਮ ਤੇ ਵੀ ਭਾਰਤ ਵਰਸ਼ ਸਾਡਾ ਨਾਮ ਪੈ ਗਿਆ। ਤਾਂ ਹੁਣ ਅਸੀਂ ਗੁਮਟੇਸ਼ਵਰ ਦੀ ਗੱਲ ਕਿਉਂ ਕੀਤੀ ਆ ਰਾਜੇ? ਗੁਮਟੇਸ਼ਵਰ ਦਾ ਸਟੈਚੂ ਆਫ ਯੂਨਿਟੀ ਤੋਂ ਪਹਿਲਾਂ ਭਾਰਤ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਮੂਰਤੀ ਬਣੀ ਵੀ ਸੀ। ਠੀਕ ਆ, ਮਤਲਬ ਆਪਾਂ ਗੱਲ ਕਰਦੇ ਹਾਂ ਰਾਜੇ, ਹੁਣ ਜੋ ਸਟੈਚੂ ਆਫ ਯੂਨਿਟੀ ਬਣਿਆ ਨਾ ਆਪਣਾ ਗੁਜਰਾਤ ਦੇ ਵਿੱਚ ਆ, ਵੱਲਭ ਭਾਈ ਪਟੇਲ ਜੀ ਦਾ, ਉਹਦੇ ਤੋਂ ਪਹਿਲਾਂ ਜਿਹੜੀ ਆਪਣੇ ਇੰਡੀਆ ਦੇ ਵਿੱਚ ਸਭ ਤੋਂ ਵੱਡੀ ਮੂਰਤੀ ਸੀ ਉਹ ਰਾਜੇ ਗੁਮਟੇਸ਼ਵਰ ਦੀ ਮੂਰਤੀ ਸੀ, ਕਰਨਾਟਕ ਦੇ ਸਰਬਣ ਬੇਲਗੁਲਾ ਨਾਮ ਦੀ ਜਗ੍ਹਾ ਤੇ। ਠੀਕ ਆ, ਕਰਨਾਟਕ ਦੇ ਵਿੱਚ ਗੁਮਟੇਸ਼ਵਰ ਨਾਮ ਦੀ ਇਹਨਾਂ ਦੀ ਸਭ ਤੋਂ ਵੱਡੀ ਮੂਰਤੀ ਸਟੈਚੂ ਸੀ ਰਾਜੇ। ਤਾਂ ਕਰਕੇ ਆਪਾਂ ਇਹਨਾਂ ਦੇ ਬਾਰੇ ਇੱਥੇ ਇੰਪੋਰਟੈਂਟ ਹੋ ਜਾਂਦਾ ਵੀ ਆਪਾਂ ਗੱਲ ਕਰੀਏ ਤਾਂ ਪੁੱਛਿਆ ਜਾਂਦਾ ਵੀ ਸਟੈਚੂ ਆਫ ਯੂਨਿਟੀ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਸਭ ਤੋਂ ਵੱਡੀ ਮੂਰਤੀ ਕਿਹੜੀ ਸੀ? ਤਾਂ ਗੁਮਟੇਸ਼ਵਰ ਦੀ ਸੀ। ਕਿਹੜੀ ਸਟੇਟ 'ਚ ਆ? ਕਰਨਾਟਕਾ ਦੇ ਵਿੱਚ ਆ। ਕਿਹੜੀ ਜਗ੍ਹਾ ਤੇ ਸੀ? ਸਰਬਣ ਬੇਲਗੁਲਾ ਨਾਮ ਦੀ ਜਗ੍ਹਾ ਤੇ ਸੀ। ਔਰ ਗੁਮਟੇਸ਼ਵਰ ਜੀ ਕੌਣ ਨੇ? ਔਰ ਰਾਜੇ ਇਹ ਜੈਨੀਆਂ ਦੇ ਜੋ ਫਸਟ ਤੀਰਥੰਕਰ ਹੋਏ ਨੇ ਰਿਸ਼ਭਦੇਵ, ਉਹਨਾਂ ਦੇ ਛੋਟੇ ਪੁੱਤਰ ਦਾ ਨਾਮ ਹੈ ਇੱਥੇ ਗੁਮਟੇਸ਼ਵਰ, ਵੱਡੇ ਪੁੱਤਰ ਦਾ ਨਾਮ ਭਰਤ ਹੈ, ਜਿਹਦੇ ਨਾਮ ਤੇ ਅਸੀਂ ਗੱਲ ਕਰਦੇ ਹਾਂ ਵੀ ਭਾਰਤ ਵਰਸ਼ ਪੈ ਗਿਆ। ਤਾਂ ਰਾਜੇ ਦੇਖੋ ਭਾਰਤ ਦੇ ਬਾਰੇ ਤਾਂ ਹੁਣ ਤੁਹਾਨੂੰ ਕੋਈ ਸ਼ੰਕਾ ਨਹੀਂ ਰਹੀ, ਹੁਣ ਕਲੀਅਰ ਹੋ ਗਿਆ ਹੋਊਗਾ। ਚਲੋ ਦੂਸਰਾ ਨੇਮ ਦੀ ਗੱਲ ਕਰਦੇ ਹਾਂ, ਆਰੀਆਵਰਤ। ਆਰੀਆਵਰਤ ਤਾਂ ਰਾਜੇ ਲੈਂਡ ਆਫ ਆਰੀਆ, ਮਤਲਬ ਕਿ ਆਪਣੇ ਆਰੀਅਨਸ ਆਏ ਸੀਗੇ ਤੇ ਉਹਨਾਂ ਦੇ ਨਾਮ ਤੇ ਅਸੀਂ ਕੀ ਕਰਤਾ, ਸਾਡੇ ਕੋਲ ਕਹਿਤਾ ਸੀ ਆਰੀਆਵਰਤ। ਕਲੀਅਰ ਆ? ਇਸ ਤੋਂ ਬਾਅਦ ਦੇਖੋ ਰਾਜੇ ਆਪਾਂ ਹਿੰਦੁਸਤਾਨ ਦੀ ਗੱਲ ਕਰਦੇ ਹਾਂ ਵੀ ਹਿੰਦੁਸਤਾਨ ਨਾਮ ਕਿਵੇਂ ਪਿਆ। ਤਾਂ ਸਾਰਿਆਂ ਨੂੰ ਪਹਿਲਾਂ ਸਾਡੇ ਜਿਹੜੇ ਫਸਟ ਫੋਰਨ ਇਨਵੇਜ਼ਨ ਹੋਇਆ ਸਾਡੇ ਤੇ, ਉਹ ਕਿਹਨਾਂ ਨੇ ਕੀਤਾ? ਤਾਂ ਰਾਜੇ ਇਹ ਵੀ ਤੁਸੀਂ ਪੁਆਇੰਟ ਨੋਟ ਕਰੀ ਜਾਣਾ, ਇੱਥੇ ਹੈ ਨਹੀਂਗਾ ਸਾਡੇ ਕੋਲ ਇਹ ਫਸਟ ਇਨਵੇਜ਼ਨ ਬਾਏ ਫੋਰਨਰਸ। ਠੀਕ ਆ, ਤਾਂ ਕਿਹੜੇ ਫੋਰਨਰ ਸੀ ਜਿਨ੍ਹਾਂ ਨੇ ਮਤਲਬ ਕਿ ਪਹਿਲੀ ਵਾਰ ਹਮਲਾ ਕੀਤਾ ਰਾਜੇ? ਫੋਰਨਰ ਵਿਦੇਸ਼ੀ, ਮਤਲਬ ਵਿਦੇਸ਼ੀ ਹਮਲਾਵਰ ਕਿਹੜੇ ਸੀਗੇ ਸਭ ਤੋਂ ਪਹਿਲਾਂ ਜੋ ਆਏ ਸੀ ਸਾਡੇ? ਤਾਂ ਆਪਾਂ ਲਿਖਾਂਗੇ, ਸਭ ਨੂੰ ਪਤਾ, ਪਰਸੀਅਨ। ਠੀਕ ਆ, ਪਰਸ਼ੀਅਨ ਕੌਣ ਹੁੰਦੇ ਨੇ? ਜਾਣੀ ਕਿ ਫਾਰਸੀ। ਕਲੀਅਰ ਆ? ਤਾਂ ਰਾਜੇ ਇਹਨਾਂ ਨੇ ਸਭ ਤੋਂ ਪਹਿਲਾਂ ਹਮਲਾ ਕੀਤਾ ਸੀ, ਮਤਲਬ ਇਹ ਪਰਸ਼ੀਆ ਦੇ ਨੇਟਿਵ ਸੀ, ਉਦੋਂ ਉਹਨਾਂ ਨੂੰ ਪਰਸ਼ੀਆ ਕਿਹਾ ਜਾਂਦਾ ਸੀ ਰਾਜੇ। ਅੱਜ ਉਹ ਦੇਸ਼ ਨੂੰ ਅਸੀਂ ਕੀ ਕਹਿੰਦੇ ਆ, ਉਦੋਂ ਮਤਲਬ ਦੈਟ ਟਾਈਮ ਕੀ ਸੀਗਾ ਇਹ? ਪਰਸ਼ੀਆ। ਉਹ ਟਾਈਮ ਤੇ ਪਰਸ਼ੀਆ ਸੀ ਔਰ ਅੱਜ ਦੇ ਸਮੇਂ ਇਹ ਅਸੀਂ ਇਹਦਾ ਨਾਮ ਕੀ ਲੈਂਦੇ ਆ? ਈਰਾਨ। ਕਲੀਅਰ ਆ?
ਰਾਜੇ ਉਹ ਟਾਈਮ ਤੇ ਪਰਸੀਆ ਔਰ ਅੱਜ ਦੇ ਸਮੇਂ ਅਸੀਂ ਕੀ ਕਹਿੰਦੇ ਉਹਨੂੰ ਈਰਾਨ। ਤਾਂ ਇਹ ਪਹਿਲਾ ਇਨਵੇਜ਼ਨ ਕਰਨ ਵਾਲੇ ਸੀਗੇ ਇੰਡੀਆ ਦੇ ਉੱਤੇ, ਜਿਹੜਾ ਮਤਲਬ ਕਿ ਵਿਦੇਸ਼ੀ ਹਮਲਾ ਹੋਇਆ। ਹੁਣ ਆਪਾਂ ਇਹਨਾਂ ਦੇ ਬਾਰੇ ਕਿਉਂ ਗੱਲ ਕਰਦੇ ਹਾਂ, ਕਿਉਂਕਿ ਰਾਜੇ ਇਹਨਾਂ ਦੀ ਫਾਰਸੀ ਦੇ ਭਾਸ਼ਾ 'ਚ ਜੋ ਆਪਾਂ ਸ ਬੋਲਦੇ ਹਾਂ ਨਾ, ਉਹ ਸ਼ ਸ਼ਬਦ ਨਹੀਂ ਬੋਲਦੇ ਸੀ ਇਹ। ਤਾਂ ਇਹਨਾਂ ਨੇ ਸਿੰਧੂ ਨਦੀ ਨੂੰ ਆ ਕੇ ਇਹਨਾਂ ਨੇ ਕੀ ਕਿਹਾ, ਇੰਦੂ। ਹੁਣ ਸਿੰਧੂ ਸ ਤੇ ਬੋਲਦੇ ਹੀ ਨਹੀਂ, ਤਾਂ ਸ ਦੀ ਜਗ੍ਹਾ 'ਤੇ ਕੀ ਬੋਲਦੇ ਨੇ। ਤਾਂ ਰਾਜੇ ਇੱਥੇ ਦੇਖੋ ਤੁਸੀਂ, ਇਹ ਨਹੀਂ ਬੋਲਦੇ ਹੈਗੇ ਸ ਨੂੰ ਇਹ ਕੀ ਬੋਲਦੇ ਨੇ, ਓ। ਤਾਂ ਫਿਰ ਇੱਥੋਂ ਇਹਨਾਂ ਨੇ ਕੀ ਕਿਹਾ, ਸਿੰਧੂ ਨੂੰ ਕੀ ਕਿਹਾ ਇਹਨਾਂ ਨੇ, ਇੰਦੂ। ਠੀਕ ਆ, ਤਾਂ ਸਿੰਧੂ ਨੂੰ ਇੰਦੂ ਕਹਿਤਾ। ਤੇ ਰਾਜੇ ਉਹ ਨਦੀ ਤੋਂ ਮਤਲਬ ਕਿ ਜਿਵੇਂ ਹੁਣ ਨਦੀ ਆਪਣੀ, ਜਿਵੇਂ ਆਪਾਂ ਇੱਥੇ ਆਪਾਂ ਇੰਡੀਆ ਦਾ ਮਤਲਬ ਕੋਈ ਰਫਲੀ ਇੱਕ ਰਾਜੇ ਉੱਪਰਲਾ ਏਰੀਆ, ਇੱਥੋਂ ਐਵੇਂ ਕਰਕੇ ਵਹਿੰਦੀ ਆ ਸਿੰਧੂ। ਤਾਂ ਇਹਨਾਂ ਨੇ ਕਿਹਾ ਵੀ ਜਿਹੜੇ ਇਹ ਤੋਂ ਪਾਰ ਦੇ ਲੋਕ ਨੇ, ਤਾਂ ਉਹਨਾਂ ਨੂੰ ਇਹਨਾਂ ਨੇ ਕੀ ਕਿਹਾ, ਵਸਨੀਕਾਂ ਨੂੰ ਮਤਲਬ ਕਿ ਦੇਸ਼ ਉਹਨਾਂ ਦੇ ਜਿਹੜੇ ਮਤਲਬ ਕਿ ਸਿੰਧੂ ਨਦੀ ਤੋਂ ਪਾਰ ਦੇ ਲੋਕ ਸੀਗੇ, ਇਹਨਾਂ ਦੇ ਭਾਵ ਨਾਲ ਇੰਦੂ ਨਦੀ ਤੋਂ ਪਾਰ ਦੇ ਲੋਕ ਸੀ, ਤਾਂ ਉਹਨੂੰ ਇਹਨਾਂ ਨੇ ਕਿਹਾ ਹਿੰਦੁਸਤਾਨ। ਔਰ ਅਜੇ ਹੌਲੀ ਹੌਲੀ ਮੋਡੀਫਾਈ ਹੁੰਦਾ 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 ਉਹ ਕੀ ਨਾਮ ਬਣ ਗਿਆ, ਹਿੰਦੁਸਤਾਨ ਬਣ ਗਿਆ। ਕਲੀਅਰ ਆ। ਤਾਂ ਰਾਜੇ ਇਹ ਸਾਨੂੰ ਮਤਲਬ ਕਿ 3rd ਸੈਂਚੁਰੀ 'ਚ ਆ ਕੇ ਸਾਨੂੰ ਪਤਾ ਲੱਗਦਾ ਵੀ ਪਰਸ਼ੀਅਨ ਦੇ ਗ੍ਰੰਥਾਂ ਤੋਂ, ਉਹਨਾਂ ਦੇ ਜਦੋਂ ਅਸੀਂ ਗ੍ਰੰਥ ਦੇਖਦੇ ਹਾਂ ਜਾਂ ਮਤਲਬ ਉਹਨਾਂ ਦੇ ਗ੍ਰੰਥਾਂ ਦੀ ਸੂਝ-ਬੂਝ ਆਈ ਲੋਕਾਂ ਨੂੰ, ਤਾਂ ਉਦੋਂ ਸਾਨੂੰ ਪਤਾ ਲੱਗਿਆ ਰਾਜੇ, ਨੋਟ ਕਰਦੇ ਜਾਣਾ ਨਾਲ ਦੀ ਨਾਲ। ਠੀਕ ਆ, ਤਾਂ ਕਲੀਅਰ ਹੋ ਗਿਆ। ਫਿਰ ਰਾਜੇ ਇਸ ਤੋਂ ਬਾਅਦ 'ਚ ਆਪਾਂ ਨਾਮ ਦੀ ਗੱਲ ਕਰਦੇ ਹਾਂ, ਇੰਡੀਆ ਦੇ ਨਾਮ ਦੀ। ਠੀਕ ਆ, ਇੱਥੇ ਇੱਕ ਨਵਾਂ ਨੇਮ ਐਡ ਕਰ ਲਓ। ਵੈਸੇ ਮੈਂ ਲਿਖਿਆ ਨਹੀਂ ਵੀ ਕਾਮਨ ਜਾਂ ਨੇਮ ਆ, ਉੱਪਰ ਹੈ ਸੀਗਾ ਵੈਸੇ ਆਪਣੇ ਕੋਲ ਨੇਮਸ ਆਫ ਇੰਡੀਆ, ਆਪਾਂ ਉੱਪਰ ਹੀ ਲਿਖਤਾ ਸੀ। ਤਾਂ ਰਾਜੇ ਇਦੋਂ ਬਾਅਦ ਉਹ ਤਾਂ ਆਪਣੇ ਕੋਲੇ ਫਸਟ ਇਨਵੇਜ਼ਨ ਕਰਨ ਵਾਲੇ ਕੌਣ ਸੀਗੇ, ਪਰਸ਼ੀਅਨ ਦੇ ਲੋਕ ਸੀ। ਠੀਕ ਹੈ, ਪਰਸ਼ੀਅਨ ਲੋਕ ਸੀਗੇ। ਤਾਂ ਦੂਸਰੇ ਹਮਲਾਵਰ ਸਾਡੇ ਕੋਲ ਕਿਹੜੇ ਨੇ, ਤਾਂ ਉਹ ਰਾਜੇ ਦੂਸਰੇ ਇੱਥੇ ਲਿਖੋ, ਸੈਕਿੰਡ ਇਨਵੇਜ਼ਨ ਔਨ ਇੰਡੀਆ। ਰਾਜੇ ਦੋਨੇ ਇਨਵੇਜ਼ਨ ਇਹ ਬਾਹਰ ਦੇ ਲੋਕਾਂ ਦੇ ਦੁਆਰਾ ਕੀਤੇ ਹੋਏ ਨੇ। ਠੀਕ ਆ, ਤਾਂ ਇਹ ਕਿਹਨੇ ਕੀਤਾ ਸੀ, ਉਹ ਆਪਣੇ ਕੋਲੇ ਇਰਾਨੀ ਲੋਕਾਂ ਨੇ ਕੀਤਾ ਸੀ। ਇਹ ਰਾਜੇ ਕੀਤਾ ਸੀ ਸਾਡੇ ਕੋਲੇ ਗ੍ਰੀਕਸ ਨੇ। ਠੀਕ ਆ ਰਾਜੇ, ਪਹਿਲਾ ਟੌਪਿਕ ਹਿਸਟਰੀ ਦੇ ਨਾਲ ਨਾਲ ਚੱਲ ਰਿਹਾ। ਠੀਕ ਆ, ਜਿਓਗ੍ਰਾਫੀ ਔਰ ਹਿਸਟਰੀ ਨੇਮ ਨੂੰ ਲੈ ਕੇ ਤਾਂ ਦੋਨੋਂ ਸੇਮ ਹੀ ਚੱਲਣਗੇ, ਕਿਉਂਕਿ ਹਿਸਟਰੀ ਨੇਮ ਦੇ ਵਿੱਚ ਵੀ ਉਹੀ ਰਹਿਣੀ ਆ, ਉਹ ਜਿਓਗ੍ਰਾਫੀ ਦੇ ਵਿੱਚ ਵੀ ਉਹੀ ਰਹਿਣੀ ਆ, ਔਰ ਹਿਸਟਰੀ ਦੇ ਵਿੱਚ ਵੀ ਉਹੀ ਰਹਿਣੀ ਆ। ਕਵਰ ਤੁਹਾਨੂੰ ਦੋਨਾਂ ਦੇ ਵਿੱਚ ਕਰਨਾ ਪੈਣਾ। ਤੇ ਗ੍ਰੀਕਸ ਦੀ ਆਪਾਂ ਗੱਲ ਕਰੀਏ ਰਾਜੇ, ਇਹ ਕਿਹੜੇ ਲੋਕ ਹੁੰਦੇ ਨੇ, ਇਹਨਾਂ ਨੂੰ ਅਸੀਂ ਕਹਿੰਦੇ ਆ, ਕਿਹੜੇ ਲੋਕ ਨੇ ਇਹ ਸਾਡੇ ਕੋਲ, ਯੂਨਾਨੀ। ਤਾਂ ਰਾਜੇ ਹੁਣ ਦੇਖੋ, ਇਹਨਾਂ ਨੇ ਸਿੰਧੂ ਨਦੀ ਨੂੰ ਆ ਕੇ ਕੀ ਕਿਹਾ, ਇੰਡਸ। ਇਹਨਾਂ ਨੇ ਰਾਜੇ ਸਿੰਧੂ ਨੂੰ ਕੀ ਕਿਹਾ, ਇਹਨਾਂ ਨੇ ਆ ਕੇ ਸਿੰਧੂ ਨੂੰ ਕਿਹਾ ਇੰਡਸ। ਠੀਕ ਆ, ਇੰਡਸ ਕਿਹਾ। ਇਹ ਤੋਂ ਰਾਜੇ ਹੌਲੇ ਹੌਲੇ ਹੁੰਦਾ ਇੰਡੀਆ ਬਣ ਗਿਆ। ਤਾਂ ਹੁਣ ਤੁਹਾਨੂੰ ਇੰਡੀਆ ਨੇਮ ਤੇ ਕਲੀਅਰ ਹੋ ਗਿਆ। ਰਾਜੇ ਇੰਡੀਆ ਦੇ ਨਾਮ ਤੇ ਯਾਦ ਰੱਖਣਾ, ਦੂਜੇ ਵਿਦੇਸ਼ੀ ਹਮਲਾਵਰ ਗ੍ਰੀਕ ਸੀਗੇ ਜਿਹੜੇ, ਉਹਨਾਂ ਨੇ ਹਮਲਾ ਕੀਤਾ। ਔਰ ਜੇ ਆਪਾਂ ਗੱਲ ਕਰਦੇ ਸੀ ਇਦੋਂ ਪਹਿਲਾਂ ਇਹਦੀ ਹਿੰਦੁਸਤਾਨ ਦੀ, ਉਹ ਰਾਜੇ ਦਿੱਤਾ ਸੀ ਆਪਾਂ ਨੂੰ ਗਿਵਨ ਬਾਏ ਪਰਸੀਅਨ ਸੀਗਾ। ਕਲੀਅਰ ਆ, ਦੋਨੋਂ ਨਾਮ ਓਕੇ ਨੇ। ਰਾਜੇ ਦੇਖੋ, ਜੇ ਆਪਾਂ ਪਰਸਨ ਦੀ ਗੱਲ ਕਰੀਏ, ਪਹਿਲਾਂ ਸ਼ਾਸਨ ਕਰਨ ਵਾਲਾ ਵਿਦੇਸ਼ੀ, ਵੈਸੇ ਇਹ ਤਾਂ ਇੱਕ ਹਿਸਟਰੀ ਦੇ ਵਿੱਚ ਆ ਗਿਆ ਰਾਜੇ ਪੁਆਇੰਟ, ਪਰ ਫਿਰ ਵੀ ਤੁਸੀਂ ਇੱਥੇ ਹੁਣ ਗੱਲ ਕਰਦੇ ਹੋ ਤਾਂ ਥੋੜ੍ਹਾ ਜਿਹਾ ਇੱਕ ਨੋਟ ਕਰ ਲਓ। ਰਾਜੇ ਦੇਖੋ, ਪਹਿਲਾਂ ਸ਼ਾਸਨ ਕਰਨ ਵਾਲਾ ਵਿਦੇਸ਼ੀ ਕਿਹੜਾ ਸੀਗਾ ਸਾਡੇ ਕੋਲ, ਡੇਰੀਅਸ ਫਸਟ ਸੀਗਾ, ਹਾਕਾਮਨੀ ਡਾਇਨੈਸਟੀ ਸੀ, ਔਰ ਉਹ ਪਰਸੀਅਨ ਸੀ। ਜਿਹਨੇ ਸਾਡੇ ਤੇ ਪਹਿਲਾਂ ਇੱਥੇ ਸ਼ਾਸਨ ਕੀਤਾ ਉਹ ਕਿਹੜੇ ਸੀ, ਪਰਸੀਅਨ ਸੀ। ਔਰ ਜੇ ਸੈਕਿੰਡ ਕੌਣ ਸੀਗਾ, ਯੂਨਾਨੀ, ਜਿਹਨੂੰ ਅਸੀਂ ਕਹਿੰਦੇ ਅਲੈਗਜ਼ੈਂਡਰ ਯਾਨੀ ਕਿ ਸਿਕੰਦਰ, ਤਾਂ ਉਹ ਸਾਡੇ ਕੋਲੇ ਦੂਸਰਾ ਸੀ। ਤਾਂ ਰਾਜੇ ਦੇਖੋ, ਹੁਣ ਆਪਾਂ ਕਾਦੇ ਬਾਰੇ ਗੱਲ ਕਰ ਚੁੱਕੇ ਹਾਂ। ਆਪਾਂ ਭਾਰਤ ਦੇ ਬਾਰੇ ਗੱਲ ਕਰ ਲਈ, ਆਰੀਆਵਰਤ ਦੇ ਬਾਰੇ ਗੱਲ ਕਰ ਲਈ, ਹਿੰਦੁਸਤਾਨ ਦੇ ਬਾਰੇ ਗੱਲ ਕਰ ਲਈ, ਹੇਅਰ ਉੱਪਰ ਟੌਪ ਤੇ ਇੰਡੀਆ ਦੇ ਬਾਰੇ ਆਪਾਂ ਗੱਲ ਕਰ ਲਈ। ਠੀਕ ਆ, ਇਸ ਤੋਂ ਬਾਅਦ 'ਚ ਰਾਜੇ ਦੇਖੋ, ਹੁਣ ਆਪਾਂ ਗੱਲ ਕਰਦੇ ਹਾਂ ਜੰਬੂ ਦਵੀਪ ਦੀ। ਹੁਣ ਜੇ ਜੰਬੂ ਦਵੀਪ ਦੀ ਗੱਲ ਕਰੀਏ ਰਾਜੇ, ਵੈਸੇ ਤਾਂ ਇਹ ਆਪਣੇ ਕੋਲੇ ਕੀ ਸੀਗੇ, ਜੰਬੂ ਨਾਮ ਦੇ ਟਰੀ ਸੀਗੇ। ਕੀ ਸੀਗੇ, ਜੰਬੂ ਨਾਮ ਦੇ ਟਰੀ ਸੀਗੇ। ਤਾਂ ਇੱਥੇ ਜ਼ਿਆਦਾ ਟਰੀ ਸੀਗੇ, ਤਾਂ ਕਰਕੇ ਇਹਦੇ ਨਾਮ ਪੈ ਗਿਆ ਸਾਡਾ ਜੰਬੂ ਦਵੀਪ ਕੀ ਕਿਹਾ ਗਿਆ। ਬਾਕੀ ਰਾਜੇ ਇਹਦੇ 'ਚੋਂ ਸਾਨੂੰ ਵਿਸ਼ਨੂੰ ਪੁਰਾਣ ਤੋਂ, ਵਾਯੂ ਪੁਰਾਣ ਤੋਂ ਹੋਰ ਕਈ ਪੁਰਾਣ ਨੇ, ਜਿਨ੍ਹਾਂ ਦੇ ਵਿੱਚੋਂ ਸਾਨੂੰ ਜੰਬੂ ਦਵੀਪ ਦੇ ਬਾਰੇ ਜਾਣਕਾਰੀ ਮਿਲਦੀ ਆ, ਤਾਂ ਕਰਕੇ ਇਹਦਾ ਨਾਮ ਜੰਬੂ ਦੀਪ ਆ। ਔਰ ਜੇ ਆਪਾਂ ਗੱਲ ਕਰੀਏ ਤਾਂ ਰਾਜੇ ਅਸ਼ੋਕ ਹੋਇਆ। ਠੀਕ ਆ, ਅਸ਼ੋਕ ਦਾ ਨਾਮ ਆ। ਤਾਂ ਉਹਦੇ ਇਨਸਕ੍ਰਿਪਸ਼ਨ ਸੀਗੇ ਜਿਹੜੇ ਮਤਲਬ ਕਿ ਉਹਨਾਂ ਦੀਆਂ ਲਿਖੀਆਂ ਹੋਈਆਂ ਸੀਗੀਆਂ, ਕਹਿ ਲਓ ਤੁਸੀਂ ਕੰਧਾਂ 'ਤੇ ਖੁਣਵਾਏ ਵੀ ਲੇਖ ਹੁੰਦੇ ਆ ਨਾ, ਤਾਂ ਉਹਦੇ ਮਿਲੇ ਨੇ। ਤਾਂ ਰਾਜੇ ਅਸ਼ੋਕਾ ਦੀਆਂ ਵੈਸੇ ਸਭ ਤੋਂ ਪੁਰਾਣੀਆਂ ਵੀ ਮੰਨੀਆਂ ਜਾਂਦੀਆਂ, ਅਤੇ ਜਿਹੜੇ ਬ੍ਰਹਮੀ ਲਿਪੀ ਔਰ ਖਰੋਸ਼ਟੀ ਲਿਪੀ ਦੇ ਵਿੱਚ ਲਿਖੇ ਆ, ਤਾਂ ਉਹਨਾਂ ਦੇ ਵਿੱਚੋਂ ਮੈਂ ਤਾਂ ਵੈਸੇ ਤੁਹਾਨੂੰ ਦੱਸ ਦਿੰਦਾ ਰਾਜੇ, ਇੱਕ ਫੈਕਟ ਹੈ ਹਿਸਟਰੀ ਦਾ। ਵੈਸੇ ਮੈਂ ਹੀ ਤੁਹਾਨੂੰ ਹਿਸਟਰੀ ਵੀ ਕਰਾਉਣੀ ਆ ਰਾਜੇ, ਤਾਂ ਆਪਣੇ ਨਾਲ ਹੀ ਚੱਲ ਪੈਣਾ, ਤਾਂ ਕੋਈ ਚੱਕਰ ਨਹੀਂ ਗਾ। 1837 ਦੇ ਵਿੱਚ ਅਸ਼ੋਕ ਦੇ ਲੇਖ ਪੜ੍ਹੇ ਸੀ ਰਾਜੇ ਫਸਟ ਟਾਈਮ, ਉਹ ਲੇਖ ਨਹੀਂ ਇਨਸਕ੍ਰਿਪਸ਼ਨ ਪੜ੍ਹੇ ਸੀ, ਜੇਮਸ ਪ੍ਰਿੰਸਪ। ਇਹ ਨਾਮ ਇੰਪੋਰਟੈਂਟ ਆ, ਜੇਮਸ ਪ੍ਰਿੰਸਪ। ਰਾਜੇ ਇਹ ਵੀ ਬਹੁਤ ਜ਼ਿਆਦਾ ਵਾਰ ਕੁਐਸਚਨ ਪੁੱਛਿਆ ਜਾ ਚੁੱਕਿਆ PCS ਐਗਜ਼ਾਮ 'ਚ, ਛੋਟੇ ਲੈਵਲ ਦੇ ਵਿੱਚ ਤਾਂ ਰਾਜੇ ਆ ਹੀ ਜਾਣਾ, ਤਾਂ ਮਤਲਬ PCS ਵਿੱਚ ਵੀ ਪੁੱਛਿਆ ਜਾ ਚੁੱਕਿਆ ਇਹ।
ਤਾਂ ਆਪਾਂ ਗੱਲ ਕੀਤੀ ਵੀ 1837 ਦੇ ਵਿੱਚ ਪਹਿਲੀ ਵਾਰੀ ਜੇਮਸ ਪ੍ਰਿੰਸਪ ਨੇ ਕੀ ਕੀਤਾ, ਇਹਨਾਂ ਦੇ ਜਿਹੜੇ ਇਨਸਕ੍ਰਿਪਸ਼ਨ ਸੀਗੇ ਪੜ੍ਹੇ ਗਏ। ਤਾਂ ਇਹਦੇ ਵਿੱਚ ਵੀ ਰਾਜੇ ਦੱਸਿਆ ਗਿਆ ਵੀ ਜੰਬੂ ਦਰਖਤਾਂ ਦੀ ਸੰਖਿਆ ਜ਼ਿਆਦਾ ਸੀ, ਵੀ ਹੋ ਸਕਦਾ ਵੀ ਇਹਦੇ ਕਰਕੇ ਹੀ ਨਾਮ ਇਹਦਾ ਜੰਬੂ ਦਵੀਪ ਹੋਵੇ। ਤਾਂ ਮਤਲਬ ਆਪਣੇ ਕੋਲੇ ਇਹ ਚੀਜ਼ਾਂ ਰਾਜੇ ਮਤਲਬ ਪੱਕਾ ਸੋਰਸ ਜਾਂ ਤਾਂ ਨਹੀਂ ਗਾ, ਵੈਸੇ ਉਹਨਾਂ ਦੇ ਵਿੱਚੋਂ ਸਾਨੂੰ ਜ਼ਿਕਰ ਮਿਲਦਾ ਵੀ ਜੰਬੂ ਦਰਖਤ ਜ਼ਿਆਦਾ ਸੀ। ਕਲੀਅਰ ਆ? ਤਾਂ ਜੰਬੂ ਦਵੀਪ ਵੀ ਕਲੀਅਰ ਹੋ ਗਿਆ ਹੋਊਗਾ। ਤਾਂ ਰਾਜੇ ਟੈਂਜੀਕੂ ਨੇਮ ਦੀ ਗੱਲ ਕਰਦੇ ਆ, ਆਪਣੇ ਕੋਲੇ ਆਹ ਵਾਲਾ ਨੇਮ ਆ, ਠੀਕ ਆ। ਇਹ ਕਿਹਨੇ ਦਿੱਤਾ ਸੀਗਾ? ਇੱਕ ਜਾਪਾਨੀ ਟਰੈਵਲਰ ਸੀ, ਠੀਕ ਆ, ਜਾਪਾਨੀ ਟਰੈਵਲਰ ਨੇ ਦਿੱਤਾ ਸੀ, ਠੀਕ ਆ। ਤਾਂ ਰਾਜੇ ਜਾਪਾਨੀ ਟਰੈਵਲ ਸੀਗਾ, ਇਹਨਾਂ ਨੇ ਦਿੱਤਾ ਸੀਗਾ। ਇਹ ਮਤਲਬ ਕਿ ਆਪਣੇ 17ਵੀਂ ਸਦੀ ਦੇ ਵਿੱਚ ਆਇਆ ਸੀ। ਤਾਂ ਇਹਨਾਂ ਨੇ ਨਾਮ ਦਿੱਤਾ ਸੀਗਾ ਟੈਂਜੀਕੂ। ਕਲੀਅਰ ਆ? ਇਹਦੇ ਬਾਰੇ ਵੀ ਰਾਜੇ ਆਪਾਂ ਗੱਲ ਕਰ ਲਈ। ਹੁਣ ਦੇਖੋ ਰਾਜੇ ਆਪਣੇ ਕੋਲ ਜਿਹੜੇ ਜਿਹੜੇ ਨਾਮ ਇੱਥੇ ਮੈਂਸ਼ਨ ਨੇ, ਠੀਕ ਆ, ਇਹਨਾਂ ਦੇ ਬਾਰੇ ਤਾਂ ਆਪਣੀ ਸਾਰਿਆਂ ਦੇ ਬਾਰੇ ਗੱਲ ਹੋ ਗਈ। ਰਾਜੇ ਹੋਰ ਆਪਾਂ ਗੱਲ ਕਰੀਏ, ਇੱਕ ਹੋਰ ਨਾਮ ਵੀ ਹੈਗਾ, ਤੁਸੀਂ ਇੱਥੇ ਨੋਟ ਕਰੀ ਜਾਣਾ, ਜੀਨ ਟੂ। ਇਹ ਦਿੱਤਾ ਸੀ ਰਾਜੇ ਸਾਨੂੰ ਚਾਈਨੀਜ਼ ਟਰੈਵਲਰ ਨੇ ਚਾਈਨੀਜ਼ ਟਰੈਵਲਰ ਨੇ ਦਿੱਤਾ ਸੀ। ਤਾਂ ਰਾਜੇ ਕੁਛ ਕੁ ਮਤਲਬ ਕਿ ਇੰਨੇ ਇਹ ਤਾਂ ਸੀਗੀ ਆਪਣੇ ਕੋਲੇ ਨੇਮਸ ਆਫ ਇੰਡੀਆ ਦੇ ਬਾਰੇ ਗੱਲਬਾਤ ਸੀ। ਹੁਣ ਆਪਾਂ ਇੱਕ ਇੱਕ ਕਰਕੇ ਰਾਜੇ ਇਹਨਾਂ ਦੇ ਜਿੰਨੇ ਨਾਮ ਸੀਗੇ ਆਪਣੇ ਕੋਲੇ, ਆਪਾਂ ਨਾਮ ਦੇ ਬਾਰੇ ਗੱਲ ਕਰ ਲਈ ਸਾਰਿਆਂ ਦੇ ਬਾਰੇ। ਉਮੀਦ ਕਰਦੇ ਹਾਂ ਵੀ ਤੁਹਾਨੂੰ ਨੇਮ ਦੇ ਵਿੱਚ ਤਾਂ ਕੋਈ ਡਾਊਟ ਦਿੱਕਤ ਨਹੀਂ ਰਿਹਾ ਹੋਣਾ। ਬਾਕੀ ਰਾਜੇ ਹੁਣ ਆਪਾਂ ਮਤਲਬ ਜੇ ਤੁਸੀਂ ਪੂਰਾ ਨਾਮ ਦੇਖਣਾ ਵੀ ਆ ਭਾਰਤ ਦਾ, ਤਾਂ ਤੁਸੀਂ ਮਤਲਬ ਇੰਡੀਆ ਦਾ ਪਾਸਪੋਰਟ ਸਭ ਕੋਲ ਆ ਰਾਜੇ, ਤਾਂ ਪਾਸਪੋਰਟ 'ਤੇ ਦੇਖ ਲਿਓ ਰਿਪਬਲਿਕ ਆਫ ਇੰਡੀਆ। ਵੈਸੇ ਆਪਣਾ ਹੁਣ ਕਿਉਂਕਿ ਇੰਟਰਨੈਸ਼ਨਲ ਟ੍ਰੀਟੀਆਂ ਨੇ ਜੋ ਆਪਣੀਆਂ, ਉਹ ਵੀ ਆਪਾਂ ਇੰਡੀਆ ਦੇ ਨਾਮ ਤੋਂ ਕੀਤੀਆਂ ਨੇ। ਬਾਕੀ ਕਿਉਂਕਿ ਯੂਰਪ ਦੇ ਉੱਧਰਲੇ ਲੋਕਾਂ ਨੇ ਆਪਾਂ ਨੂੰ ਨਾਮ ਦਿੱਤੇ, ਉਹਨਾਂ ਨਾਲ ਹੀ ਆਪਾਂ ਟ੍ਰੀਟੀਆਂ ਕੀਤੀਆਂ ਨੇ, ਉਹੀ ਇੰਡੀਆ ਦੇ ਨੇਮ 'ਤੇ ਸੀ। ਤਾਂ ਕਰਕੇ ਰਾਜੇ ਸਾਰੀਆਂ ਟ੍ਰੀਟੀਆਂ ਚੇਂਜ ਕਰਨੀਆਂ ਪੈਂਦੀਆਂ। ਸੋ ਇੰਡੀਆ ਨਾਮ ਵੀ ਰੱਖ ਲਿਆ ਗਿਆ। ਭਾਰਤ ਦੀ ਸੰਸਕ੍ਰਿਤ ਦੇ ਆਧਾਰ 'ਤੇ ਕਹਿ ਲਓ ਤੁਸੀਂ, ਇੱਥੋਂ ਦੇ ਕਲਚਰ ਦੇ ਆਧਾਰ 'ਤੇ ਤਾਂ ਭਾਰਤ ਨਾਮ ਵੀ ਰੱਖ ਲਿਆ ਗਿਆ, ਜਾਣੀ ਕਿ ਭਾਰਤ ਨਾਮ ਰੱਖ ਲਿਆ। ਤਾਂ ਆਪਣੇ ਕੋਲ ਇੰਡੀਆ ਦੇ ਆਪਣੇ ਸੰਵਿਧਾਨ ਦੇ ਵਿੱਚ ਵੀ ਹੈ ਇੰਡੀਆ ਦੈਟ ਇਜ਼ ਭਾਰਤ। ਕਲੀਅਰ ਆ? ਚਲੋ ਅੱਗੇ ਚੱਲਦੇ ਹਾਂ। ਹੁਣ ਦੇਖੋ ਰਾਜੇ ਆਪਾਂ ਗੱਲ ਕਰਦੇ ਹਾਂ, ਆ ਤਾਂ ਵੈਸੇ ਮੈਂ ਹੁਣ ਰਾਜੇ ਦੇਖੋ ਕੁਛ ਕੁ ਗੱਲਾਂ ਦੇ ਇੱਥੇ ਆਪਣੇ ਕੋਲ ਹੈ, ਬਾਕੀ ਤੁਸੀਂ ਦੇਖ ਲੈਣਾ, ਨੋਟ ਕਰ ਲਿਓ, ਮੈਂ ਤੁਹਾਨੂੰ ਪਹਿਲਾਂ ਸਮਝਾ ਚੁੱਕਿਆ। ਦੇਖੋ ਰਾਜੇ ਹੁਣ ਆਪਾਂ ਗੱਲ ਕਰਦੇ ਹਾਂ ਲੋਕੇਸ਼ਨ ਆਫ ਇੰਡੀਆ ਦੀ, ਪਰ ਇਹ ਤੋਂ ਪਹਿਲਾਂ ਰਾਜੇ ਆਪਾਂ ਥੋੜ੍ਹਾ ਜਿਹਾ ਦੇਖ ਲਈਏ। ਦੇਖੋ ਰਾਜੇ ਆ ਆਪਣੇ ਕੋਲ ਕੀ ਆ, ਮਤਲਬ ਕਿ ਆਪਣੀ ਅਰਥ ਆ, ਤੇ ਜਾਂ ਤੁਸੀਂ ਕਹਿ ਲਓ ਇਹ ਕੀ ਆਪਣੇ ਕੋਲ ਗਲੋਬ ਆ, ਠੀਕ ਆ। ਹੁਣ ਰਾਜੇ ਜਿਹੜੀ ਗਲੋਬ ਆ, ਗਲੋਬ ਦੇ ਉੱਤੇ ਆਪਣੇ ਕੋਲੇ ਬਸ 2-3 ਰੇਖਾ ਦੇਖਣੀਆਂ ਨੇ ਤੁਸੀਂ। ਇੱਕ ਤਾਂ ਰੇਖਾ ਜਾਂਦੀ ਆ ਆਹ ਵਾਲੀ ਜੋ ਮੈਂ ਡਰਾ ਕਰ ਰਿਹਾ ਇੱਥੇ ਰਾਜੇ ਰੈੱਡ, ਇਹਦੇ ਮੈਂ ਇੱਧਰ ਲਿਖ ਰਿਹਾ ਬੰਨ। ਇਹ ਤਾਂ ਹੈਗੀ ਆ ਇਕੁਏਟਰ, ਜਾਂ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਹੈਗੀ ਆ ਭੂ ਮੱਧ ਰੇਖਾ, ਜਾਣੀ ਕਿ ਇਹਨੇ ਧਰਤੀ ਨੂੰ ਕਿੰਨਾ 2 ਹਿੱਸਿਆਂ ਦੇ ਵਿੱਚ ਬਰਾਬਰ ਵੰਡਤਾ। ਪੂਰੀ ਗੇਂਦ ਆ ਮੰਨ ਲਓ, ਗੇਂਦ ਨੂੰ 2 ਹਿੱਸਿਆਂ ਦੇ ਵਿੱਚ ਆਪਾਂ ਕੱਟਤਾ। ਇੱਕ ਤਾਂ ਹੋ ਗਈ ਰਾਜੇ ਆਹ ਵਾਲਾ ਹਿੱਸਾ ਹੋ ਗਿਆ ਆਪਣੇ ਕੋਲੇ ਉੱਪਰ ਵਾਲਾ, ਇੱਕ ਆਪਣੇ ਕੋਲੇ ਆਹ ਹੋ ਗਿਆ, ਠੀਕ ਆ। ਇਹਨੂੰ ਤਾਂ ਆਪਾਂ ਕਹਿੰਦੇ ਹਾਂ ਰਾਜੇ ਦੱਖਣੀ ਅਰਧ ਗੋਲਾ, ਠੀਕ ਆ। ਇਹਨੂੰ ਆਪਾਂ ਕਹਿੰਦੇ ਹਾਂ ਰਾਜੇ ਉੱਤਰੀ ਅਰਧ ਗੋਲਾ, ਤੁਸੀਂ ਲਿਖ ਲਿਓ, ਠੀਕ ਆ। ਤਾਂ ਉੱਤਰੀ ਅਰਧ ਗੋਲਾ ਤੇ ਦੱਖਣੀ ਅਰਧ ਗੋਲਾ। ਹੁਣ ਰਾਜੇ ਹਜੇ ਵੀ ਆਪਾਂ ਨੂੰ ਮਤਲਬ ਕਿ ਇੰਡੀਆ, ਵੈਸੇ ਜੇ ਤਾਂ ਤੁਹਾਨੂੰ ਪੁੱਛਿਆ ਜਾਵੇ ਇੰਡੀਆ ਕਿਹੜੇ ਅਰਧ ਗੋਲੇ 'ਚ ਪੈਂਦਾ, ਔਰ ਇੰਡੀਆ ਨੂੰ ਜੇ ਆਪਾਂ ਦੇਖੀਏ ਰਾਜੇ, ਇੰਡੀਆ ਦੀ ਲੋਕੇਸ਼ਨ ਪਈ ਆ ਆਹ ਵਾਲੀ ਇੱਥੇ, ਠੀਕ ਆ। ਤੇ ਹੁਣ ਦੇਖੋ ਰਾਜੇ ਇੰਡੀਆ ਸਾਊਥ 'ਚ ਤਾਂ ਹੈ ਨਹੀਂਗਾ, ਮਤਲਬ ਕਿ ਸਦਰਨ ਹੈਮੀਸਫੇਅਰ 'ਚ ਹੈ ਨਹੀਂ, ਤਾਂ ਇਹ ਹੈਗਾ ਨਦਰਨ ਹੈਮੀਸਫੇਅਰ, ਜਾਣੀ ਕਿ ਉੱਤਰੀ ਅਰਧ ਗੋਲਾ ਦੇ ਵਿੱਚ। ਕਲੀਅਰ ਆ? ਦੇਖੋ ਰਾਜੇ ਫਿਰ ਆਪਾਂ ਦੇਖਦੇ ਹਾਂ, ਇੱਥੋਂ ਆਪਣੇ ਕੋਲੇ ਰੇਖਾ ਜਾਂਦੀ ਆ, ਇੱਥੋਂ ਆ ਜਿਹੜੀਆਂ ਤਾਹਾਂ ਤੋਂ ਜਾਂਦੀਆਂ ਨੇ ਰਾਜੇ, ਤਾਹਾਂ ਤੋਂ ਐਵੇਂ ਰੇਖਾ ਲੰਘਦੀਆਂ ਨੇ, ਠੀਕ ਆ। ਤਾਂ ਇੱਥੇ ਮੰਨ ਲਓ ਆਹ ਵਾਲੀ ਉਸ ਮੰਨ ਲਓ ਤੁਸੀਂ ਆਹ ਸੈਂਟਰ 'ਚੋਂ ਜਾਂਦੀ ਹੈ, ਠੀਕ ਆ। ਇੱਥੇ ਆਪਾਂ ਉਹੀ ਤੱਕ ਜੀ ਨਾਲ ਕਰ ਲਿਆ ਰਾਜੇ, ਵੈਸੇ ਤਾਂ ਹਾਫ। ਤੇ ਦੇਖੋ ਰਾਜੇ ਇਹਦੇ 'ਚ ਇੱਕ ਤਾਂ ਇੱਧਰ ਨੂੰ ਜਾਣਗੀਆਂ ਰੇਖਾ ਐਸ ਲੋਟ, ਇੱਕ ਜਾਣਗੀਆਂ ਐਸ ਲੋਟ ਨੂੰ। ਤਾਂ ਹੁਣ ਇੰਡੀਆ ਇਹਦੇ ਕਿਹੜੇ ਪਾਸੇ ਆ? ਇੱਧਰਲੇ ਪਾਸੇ। ਇੱਥੇ ਕੀ ਆ? 0 ਡਿਗਰੀ ਆ। ਇੱਧਰ ਵੀ ਜਿੱਥੇ ਆਪਾਂ ਬੰਨ ਲਿਖਿਆ ਰਾਜੇ ਇਹ ਵੀ 0 ਡਿਗਰੀ ਆ। ਹੁਣ ਜੇ ਤਾਂ ਇਹ ਤੋਂ ਉੱਤੇ ਨੂੰ ਜਾਂਦੇ ਆਪਾਂ, ਇਹਤੇ ਤਾਂ ਸਾਰੇ ਪੁਆਇੰਟ ਨੂੰ ਆਪਾਂ ਕੀ ਲਿਖਾਂਗੇ? ਨਾਰਥ ਨਾਰਥ ਨਾਰਥ। ਕਲੀਅਰ ਆ? ਜਿਹੜੇ ਆਪਾਂ ਇੱਧਰ ਨੂੰ ਪੁਆਇੰਟ ਲਿਖਣੇ ਆ, ਮਤਲਬ ਆ ਉੱਪਰ ਵਾਲੀ ਜਿਹੜੀ ਖੜਵੀਂ ਰੇਖਾ ਗਈ ਐਸ ਲੋਟ ਨੂੰ, ਇਹਨਾਂ ਨੂੰ ਆਪਾਂ ਸਾਰਿਆਂ ਨੂੰ ਕੀ ਲਿਖਾਂਗੇ? ਈਸਟ। ਇਹ ਰਾਜੇ ਆਪਾਂ ਪੰਜਾਬ ਵਾਲੀ ਦੇ ਵਿੱਚ ਵੀ ਗੱਲ ਕਰੀ ਸੀ ਵੀ ਈਸਟ ਤੇ ਆਪਾਂ ਨਾਰਥ ਕਿਉਂ ਲਿਖਦੇ ਹਾਂ, ਤਾਂ ਤੁਹਾਨੂੰ ਲੌਂਗੀਟਿਊਡ ਤੇ ਲੈਟੀਟਿਊਡ ਪਤਾ ਲੱਗ ਗਿਆ। ਤਾਂ ਰਾਜੇ ਜੇ ਆਪਾਂ ਇੰਡੀਆ ਦੀ ਗੱਲ ਕਰੀਏ, ਇੰਡੀਆ ਦੇ ਦੱਖਣੀ ਪੁਆਇੰਟ ਔਰ ਉੱਤਰੀ ਪੁਆਇੰਟ, ਦੱਖਣੀ ਪੁਆਇੰਟ ਤੇ ਪੂਰਬੀ ਪੁਆਇੰਟ, ਠੀਕ ਆ। ਪੂਰਬ ਤੇ ਪੱਛਮ, ਉੱਤਰ ਤੇ ਦੱਖਣ, ਜਾਣੀ ਕਿ ਦੋਨੋਂ ਸਾਰੇ ਪੁਆਇੰਟ ਨੇ ਜਿਹੜੇ ਉੱਪਰ, ਜੇ ਉੱਪਰਲਾ ਤੇ ਨੀਚੇ ਵਾਲਾ ਦੇਖਣਾ ਦੋਨਾਂ ਨੂੰ ਉੱਤਰ ਉੱਤਰ ਨਾਰਥ ਨਾਰਥ ਲਿਖਦੇ ਹਾਂ ਆਪਾਂ।
ਜੇ ਆਪਾਂ ਪੂਰਬ ਤੇ ਪੱਛਮ ਦੇਖਦੇ ਹਾਂ ਤਾਂ ਦੋਨਾਂ ਨੂੰ ਆਪਾਂ ਈਸਟ ਈਸਟ ਜਾਂ ਦੋਨਾਂ ਨੂੰ ਈਸਟ ਈਸਟ ਜਾਂ ਪੂਰਬ ਪੂਰਬ ਲਿਖਦੇ ਹਾਂ। ਕਲੀਅਰ ਆ ਰਾਜਾ? ਉਹ ਤਾਂ ਇੰਡੀਆ ਦੇ ਰਿਸਪੈਕਟ 'ਚ ਆਪਣਾ ਈਸਟ ਵੈਸਟ ਬਣ ਜਾਂਦਾ, ਪਰ ਜੇ ਆਪਾਂ ਵਰਲਡ ਲੈਵਲ 'ਤੇ ਲੌਂਗੀਟਿਊਡ ਅਤੇ ਲੈਟੀਟਿਊਡ ਦੇਖਣੇ ਆ ਨਾ, ਦੈਨ ਆਪਣਾ ਆਹ ਗਲੋਬ ਦੇ ਅਕੋਰਡਿੰਗ ਚੱਲਣਾ ਕੰਮ। ਕਲੀਅਰ ਆ ਰਾਜੇ? ਜਦੋਂ ਆਪਣਾ ਗਲੋਬ ਦਾ ਟੌਪਿਕ ਆ ਗਿਆ ਉਦੋਂ ਆਪਾਂ ਪ੍ਰੋਪਰਲੀ ਕਰਾਂਗੇ ਇਹਨੂੰ, ਠੀਕ ਆ? ਗਲੋਬ 'ਤੇ ਕਿਹੜੀ ਕੰਟਰੀ ਦਾ ਕੁਛ ਕੀ ਬਣਦਾ ਅਤੇ ਆਪਾਂ ਇੰਡੀਆ ਕਿਵੇਂ ਆ, ਕਿਵੇਂ ਲੈਟੀਟਿਊਡ ਲੌਂਗੀਟਿਊਡ ਬਣਦੇ ਆ, ਇਹਨਾਂ ਦਾ ਦਿਨ ਰਾਤ ਨਾਲ ਕਿਵੇਂ ਇਫੈਕਟ ਪੈਂਦਾ, ਬਾਕੀ ਕੰਟਰੀਆਂ ਦੇ ਨਾਲ ਆਪਣਾ ਟਾਈਮ ਵਗੈਰਾ ਦਾ ਕਿੰਨੇ ਕਿੰਨੇ ਘੰਟੇ ਦਾ ਫਰਕ ਪੈ ਸਕਦਾ। ਤੁਸੀਂ ਖੁਦ ਰਾਜੇ ਕੈਲਕੂਲੇਸ਼ਨ ਕਰੋਗੇ ਤਾਂ ਆਪਾਂ ਤੁਹਾਨੂੰ ਮੈਥਡ ਸਿਖਾਵਾਂਗੇ ਵੀ ਮਤਲਬ ਬਾਕੀ ਕੰਟਰੀ ਦੇ ਅਕੋਰਡਿੰਗਲੀ ਤੁਸੀਂ ਕਿਸੇ ਵੀ ਕੰਟਰੀ ਦਾ ਟਾਈਮ ਕਿਵੇਂ ਨੋਟ ਕਰ ਸਕਦੇ ਹੋ। ਕਲੀਅਰ ਆ? ਚਲੋ ਰਾਜੇ, ਹੁਣ ਆਪਾਂ ਇਹਦੇ ਬਾਰੇ ਤੁਸੀਂ ਨੋਟ ਕਰ ਲਿਆ ਹੋਣਾ, ਇਹ ਤਾਂ ਵੈਸੇ ਤੁਹਾਡੇ ਲਈ ਹੀ ਸੀ ਇਮੇਜ। ਦੇਖੋ ਰਾਜੇ, ਆਹ ਆਪਣੇ ਕੋਲ ਨੇ ਕੰਟਰੀਆਂ ਪੂਰੀਆਂ, ਤਾਂ ਇਹਨਾਂ ਦੇ ਵਿੱਚ ਦੇਖੋ ਰਾਜੇ, ਦੇਖੋ ਇੱਥੇ ਆਪਣੇ ਕੋਲ ਹੈ ਕੰਟੀਨੈਂਟ ਨੇ ਪੂਰੇ। ਆਹ ਤਾਂ ਹੈਗਾ ਸਾਡੇ ਕੋਲ ਪਹਿਲਾ ਕੰਟੀਨੈਂਟ, ਇੱਥੇ ਮਤਲਬ ਹੇਅਰ ਲਿਖ ਦਿੰਦੇ ਰਾਜੇ ਆਪਾਂ 1 1, ਅਤੇ ਆਹ ਹੈਗਾ ਸਾਡੇ ਕੋਲ ਇੱਕ ਦੂਸਰਾ, ਤੁਸੀਂ ਕਾਊਂਟ ਕਰ ਲਿਓ। ਆਹ ਹੈਗਾ ਸਾਡੇ ਕੋਲ ਤੀਸਰਾ, ਆਹ ਹੈਗਾ ਸਾਡੇ ਕੋਲ ਚੌਥਾ, ਆਹ ਹੈਗਾ ਸਾਡੇ ਕੋਲ ਪੰਜਵਾਂ ਕੰਟੀਨੈਂਟ। ਰਾਜੇ ਕਿੰਨੇ ਹੋ ਗਏ? 5। ਇੱਕ ਆਹ ਹੈਗਾ ਸਾਡੇ ਕੋਲ ਇੱਧਰ ਆਸਟ੍ਰੇਲੀਆ 6ਵਾਂ ਕੰਟੀਨੈਂਟ, ਔਰ ਆਹ ਹੈਗਾ ਸਾਡੇ ਕੋਲ 7ਵਾਂ ਕੰਟੀਨੈਂਟ। ਇਹ 7 ਮਹਾਂਦੀਪ ਨੇ ਰਾਜੇ, 5 ਪਾਣੀ ਨੇ, ਮਤਲਬ ਕਿ 5 ਕੀ ਨੇ ਸਾਡੇ ਕੋਲ? ਸਾਗਰ ਨੇ। ਕਲੀਅਰ ਆ? ਹੁਣ ਇੰਡੀਆ ਦੇ ਵਿੱਚ ਜੇ ਤੁਹਾਨੂੰ ਪੁੱਛਿਆ ਜਾਵੇ ਇੰਡੀਆ ਕਿਹੜੇ ਕੰਟੀਨੈਂਟ ਦੇ ਵਿੱਚ ਪੈਂਦਾ ਰਾਜੇ, ਜਿੱਥੇ ਆਪਾਂ 1 ਲਾਇਆ, ਤਾਂ 1 ਵਾਲੇ ਦੇ ਵਿੱਚ ਕਿਹੜਾ ਹੁੰਦਾ? ਏਸ਼ੀਆ ਕੰਟੀਨੈਂਟ। ਤਾਂ ਇੰਡੀਆ ਸਾਨੂੰ ਕਿਹੜੀ ਉਹਦੇ 'ਚ ਕੰਟੀਨੈਂਟ ਮਹਾਂਦੀਪ ਦੇ ਵਿੱਚ ਪੈਂਦਾ? 7 ਮਹਾਂਦੀਪਾਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਮਹਾਂਦੀਪ ਆ ਏਸ਼ੀਆ ਮਹਾਂਦੀਪ ਆ, ਅਤੇ ਸਾਡਾ ਭਾਰਤ ਉਹ ਕੰਟੀਨੈਂਟ ਦੇ ਵਿੱਚ ਆਉਂਦਾ। ਇਹ ਤਾਂ ਰਾਜੇ ਹੋ ਗਿਆ ਇਹਦੇ ਅਕੋਰਡਿੰਗਲੀ। ਆਹ ਤੁਸੀਂ ਇੱਥੇ ਦੇਖ ਸਕਦੇ ਹੋ ਰਾਜੇ, ਆਹ ਇੱਥੋਂ ਦੀ ਜੋ ਰੇਖਾ ਐਸ ਰੋਡ ਲੰਘ ਰਹੀ ਹੈ ਨਾ, ਆਹ ਵਾਲੀ ਜੋ ਨੀਚੇ ਵਾਲੇ 'ਤੇ ਦੇਖੋ ਤੁਸੀਂ, ਇਹ ਤਾਂ ਹੈਗੀ ਆ 0 ਡਿਗਰੀ ਰਾਜੇ। ਇਹ ਤੋਂ ਤਾਂ ਆਪਣਾ ਉੱਤੇ ਆ ਨਾ, ਤਾਂ ਆਹ ਮਤਲਬ ਉੱਤੇ ਵਾਲਾ ਕਿਹੜਾ ਗੋਲਾ ਹੈਗਾ? ਉੱਤਰੀ ਅਰਧ ਗੋਲਾ। ਇਹ ਥੱਲੇ ਤਾਂ ਆਪਾਂ ਹੈ ਨਹੀਂ ਗਏ, ਤਾਂ ਇੱਥੇ ਹੋ ਗਿਆ। ਫਿਰ ਰਾਜੇ ਇੱਥੋਂ ਦੀ ਇੱਕ ਰੇਖਾ ਇੱਥੋਂ ਦੀ ਲੰਘਦੀ ਐਵੇਂ, ਉਹ ਤੋਂ ਇੰਡੀਆ ਇੱਧਰਲੇ ਪਾਸੇ ਰਾਈਟ ਸਾਈਡ 'ਤੇ, ਯਾਨੀ ਕਿ ਉਧਰੋਂ ਕੀ ਆ? ਈਸਟ 'ਤੇ। ਤਾਂ ਭਾਰਤ ਆਪਣਾ ਰਾਜੇ ਉੱਤਰੀ ਅਰਧ ਗੋਲੇ ਦੇ ਵਿੱਚ ਆ, ਅਤੇ ਆਹ ਵਾਲੀ ਇੱਥੇ ਆਹ ਲੋਕੇਸ਼ਨ 'ਤੇ, ਠੀਕ ਆ? ਮਤਲਬ ਆਹ ਵਾਲੀ ਦੇਖ ਲਓ ਤੁਸੀਂ। ਕਲੀਅਰ ਆ? ਹੁਣ ਦੇਖੋ ਰਾਜੇ, ਹੁਣ ਆਪਾਂ ਗੱਲ ਕਰਦੇ ਹਾਂ ਲੋਕੇਸ਼ਨ ਦੀ। ਹੁਣ ਦੇਖੋ ਰਾਜੇ, ਜੇ ਤਾਂ ਆਪਾਂ ਦੇਖੀਏ ਵੀ ਇੰਡੀਆ ਦਾ ਮੈਪ ਆਪਣੇ ਕੋਲੇ ਇੱਥੇ ਇੱਕ ਛੋਟਾ ਜਿਹਾ, ਤੁਸੀਂ ਰਾਜੇ ਆਪਣਾ ਆਪ ਮਤਲਬ ਖੁਦ ਟਰਾਈ ਕਰਿਆ ਕਰੋ, ਠੀਕ ਆ? ਮਤਲਬ ਕਿ ਬਣਾਉਣ ਦੀ, ਤੁਸੀਂ ਫੇਰ ਹੀ ਸਿੱਖੋਗੇ ਰਾਜੇ, ਠੀਕ ਆ? ਇੱਕ ਅੱਧੀ ਵਾਰੀ ਆ ਮਤਲਬ ਕਿ ਵੈਸੇ ਸੌਰੀ ਇੱਧਰੋਂ ਗਲਤ ਹੋ ਗਿਆ ਰਾਜੇ, ਵੈਸੇ ਮੈਂ ਤਾਂ ਤੁਹਾਨੂੰ ਰਫਲੀ ਸਮਝਾਉਣ ਦੇ ਲਈ ਇੱਕ ਡਰਾਅ ਕਰ ਰਿਹਾ। ਤਾਂ ਦੇਖੋ ਰਾਜੇ, ਹੁਣ ਜੇ ਆਪਾਂ ਗੱਲ ਕਰੀਏ ਵੀ ਆਪਣੇ ਕੋਲੇ ਇੱਕ ਜਿਹੜੀਆਂ ਤਾਂ ਰੇਖਾ ਹੋਣਗੀਆਂ ਰਾਜੇ, ਐਸ ਲੋਡ ਨੂੰ ਆਪਾਂ ਦੇਖਾਂਗੇ, ਮਤਲਬ ਕਿ ਨਾਰਥ ਆ ਸਾਰੇ ਪੁਆਇੰਟ ਦੇਖਾਂਗੇ ਨਾ ਆਪਾਂ ਇੰਡੀਆ ਦੇ, ਯਾਨੀ ਕਿ ਇੱਕ ਤਾਂ ਥੱਲੇ ਵਾਲਾ ਪੁਆਇੰਟ ਜਮਾ ਇੰਡੀਆ ਦਾ, ਇੱਕ ਜਮਾ ਟੌਪ ਵਾਲਾ, ਟੌਪ ਤੇ ਬਾਟਮ ਦੇ ਦੋਨੇ ਪੁਆਇੰਟ ਦੇਖਾਂਗੇ। ਇਹਨਾਂ ਦੇ ਨਾਲ ਦੋਨਾਂ ਦੇ ਨਾਲ ਕੀ ਲੱਗਣਾ? ਨਾਰਥ, ਠੀਕ ਆ? ਫਿਰ ਇੱਕ ਆਹ ਵਾਲਾ ਮੈਥਡ ਰਾਜੇ, ਚਲੋ ਆਪਾਂ ਕਲਰ ਅਲੱਗ ਕਰ ਲੈਂਦੇ ਹਾਂ, ਠੀਕ ਆ? ਤਾਂ ਦੇਖੋ ਰਾਜੇ, ਇੱਕ ਆਹ ਵਾਲੇ ਪੁਆਇੰਟ ਹੋਣਗੇ ਜਿਹੜੇ ਮੈਂ ਇੱਥੇ ਲਿਖਦਾ ਰਾਜੇ ਆ ਬਲੂ ਕਲਰ ਨਾਲ, ਔਰ ਇੱਕ ਇੱਧਰਲੇ ਪਾਸੇ ਪੁਆਇੰਟ ਹੋਊਗਾ। ਇਹ ਦੇਖੋ ਰਾਜੇ, ਇਹ ਕਿਹੜੀਆਂ ਰੇਖਾ 'ਤੇ ਹੋਣਗੇ? ਜਿਹੜੀਆਂ ਐਸ ਰੋਡ ਖੜਵੀਆਂ ਰੇਖਾ ਹੋਣਗੀਆਂ ਦੋਨੋਂ। ਤਾਂ ਇਹ ਖੜਵੀਆਂ ਰੇਖਾ ਵਾਲੇ 'ਤੇ ਆਪਾਂ ਕੀ ਲਾਉਣਾ ਗਾ? ਦੋਨਾਂ ਦੇ ਪਾਸੇ ਲੱਗੂਗਾ ਈਸਟ ਈਸਟ। ਤਾਂ ਰਾਜੇ ਜਿਹੜੀਆਂ 'ਤੇ ਹੁਣ ਆਪਾਂ ਈਸਟ ਲਿਖਾਂਗੇ ਉਹ ਹੋ ਗਈਆਂ ਤੁਹਾਡੀਆਂ ਲੌਂਗੀਟਿਊਡ ਹੋ ਗਈਆਂ, ਅਤੇ ਜਿਹੜੀਆਂ ਰਾਜੇ ਆਪਾਂ ਦੂਸਰੇ ਲੋਟ ਆਪਾਂ ਲਾਵਾਂਗੇ, ਠੀਕ ਆ? ਜਿਹੜੀਆਂ ਆਪਾਂ ਇਹ ਐਸ ਲੋਟ ਰੇਖਾ ਲਾਉਂਦੇ ਆ, ਇਹ ਹੋਣਗੀਆਂ ਸਾਡੇ ਕੋਲੇ ਨਾਰਥ। ਤੁਹਾਨੂੰ ਪਤਾ ਲੱਗ ਗਿਆ? ਜਿਹੜੀਆਂ ਰਾਜੇ ਐਸ ਲੋਟ ਰੇਖਾਵਾਂ ਨੇ ਇਹਨਾਂ ਨਾਲ ਅਸੀਂ ਨਾਰਥ ਲਿਖਣਾ, ਜਿਹੜੀਆਂ ਆਪਣੇ ਕੋਲ ਲੇਟਮੀਆਂ ਰੇਖਾ ਨੇ ਉਹਨਾਂ ਦੇ ਨਾਲ ਅਸੀਂ ਈਸਟ ਲਿਖਣਾ। ਤਾਂ ਹੁਣ ਦੇਖੋ ਰਾਜੇ, ਸਾਰਿਆਂ ਨੂੰ ਪਹਿਲਾਂ ਤੁਸੀਂ ਉੱਤੇ ਪੜ੍ਹੋ, ਆਪਣੇ ਕੋਲ ਇੱਥੇ ਕੀ ਲਿਖਿਆ? 68 ਡਿਗਰੀ ਔਰ 7 ਮਿੰਟ। ਕਲੀਅਰ ਆ? ਇਹ ਕੀ ਆ ਰਾਜੇ? ਈਸਟ। ਹੁਣ ਈਸਟ ਜਿਵੇਂ ਮੰਨ ਲਓ ਆਹ ਉਰੇ ਪੂਰੀ ਦੁਨੀਆ ਨੂੰ ਦੇਖਣ ਦੇ ਲਈ ਆਪਾਂ ਆਹ ਮੰਨ ਲੈਂਦੇ ਹਾਂ, ਆਹ ਰਾਜੇ ਇੱਥੇ 0 ਆ, ਆਹ ਸਾਰੀ 0 ਵਾਲੀ ਲਾਈਨ ਆ, ਔਰ ਇੱਧਰੋਂ ਆਹ ਖੜਵੀਂ ਰੇਖਾ ਇਹ ਥੱਲੇ ਨੂੰ 0 ਵਾਲੀ ਲਾਈਨ ਆ, ਠੀਕ ਆ? ਤਾਂ ਹੁਣ ਇੰਡੀਆ ਤਾਂ ਇੱਧਰ ਨੂੰ ਚੱਲੂਗਾ, ਜਿਵੇਂ 0 1 2 3, ਤਾਂ ਜਿਹੜਾ ਇੰਡੀਆ ਦਾ ਜਮਾ ਇੱਧਰਲਾ ਜਾਣੀ ਕਿ ਆਪਣਾ ਗੁਜਰਾਤ ਵਾਲਾ ਏਰੀਆ ਨਾ, ਤਾਂ ਗੁਜਰਾਤ ਵਾਲੀ ਏਰੀਏ 'ਤੇ ਆਪਣੇ ਕੋਲ ਕਿੰਨਾ ਗਾ? 68 ਡਿਗਰੀ ਅਤੇ 7 ਮਿੰਟ ਆ। ਅਤੇ ਇਹ ਫਿਰ ਗਾਹਾਂ ਨੂੰ ਜਾ ਕੇ ਇੱਧਰ ਅਰੁਣਾਚਲ ਵਾਲੀ ਸਾਈਡ 'ਤੇ ਜਾ ਕੇ ਇਹ ਕਿੰਨੇ 'ਤੇ ਐਂਡ ਕਰਦਾ? ਤਾਂ ਰਾਜੇ ਇੱਧਰਲੇ ਪਾਸੇ ਜਾ ਕੇ ਐਂਡ ਕਰ ਦੂਗਾ 97 ਡਿਗਰੀ 25 ਮਿੰਟ 'ਤੇ। ਕਲੀਅਰ ਆ? ਇਹ ਤਾਂ ਲੌਂਗੀਟਿਊਡ ਦੀਆਂ ਹੋ ਗਈਆਂ ਰਾਜੇ। ਤੁਸੀਂ ਇੱਥੋਂ ਨੋਟ ਕਰ ਲੈਣਾ ਵੀ ਇੰਡੀਆ ਦੇ ਰਿਸਪੈਕਟ ਦੇ ਵਿੱਚ ਆਹ ਜਿਹੜੀ ਲੋਕੇਸ਼ਨ ਆਪਣੀ ਆਹ ਵਾਲੀ, ਇਹ ਕਿੱਥੋਂ ਸਟਾਰਟ ਹੁੰਦੀ ਆ? ਆਪਣੇ ਜੀ ਜੇ ਲਿਖ ਦੇਣਾ ਮੈਂ ਰਾਜੇ, ਗੁਜਰਾਤ ਤੋਂ, ਔਰ ਇੱਥੇ ਜਾ ਕੇ ਐਂਡ ਕਿੱਥੇ ਹੁੰਦੀ ਆ? ਇਹ ਸਾਡੀ ਹੁੰਦੀ ਆ ਅਰੁਣਾਚਲ ਪ੍ਰਦੇਸ਼ ਦੇ ਵਿੱਚ। ਕਲੀਅਰ ਆ? ਹੁਣ ਦੇਖੋ ਰਾਜੇ, ਇਹਦੇ 'ਤੇ ਇੱਕ ਸਾਡੇ ਕੋਲੋਂ ਕੁਐਸਚਨ ਪੁੱਛਿਆ ਜਾਂਦਾ, ਜੇ ਤਾਂ ਰਾਜੇ ਦੇਖੋ ਤੁਸੀਂ ਵੈਸੇ ਕਲਾਸ ਦੀ ਗੱਲ ਕਰੋ ਤਾਂ 9ਵੀਂ 10ਵੀਂ 8ਵੀਂ ਕਲਾਸ ਦੇ ਵਿੱਚ ਵੀ ਇਹ ਕੁਐਸਚਨ ਅਕਸਰ ਪੁੱਛਿਆ ਜਾਂਦਾ ਵੀ ਗੁਜਰਾਤ ਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਜੇ ਦੇਖੀਏ ਤਾਂ 2 ਘੰਟੇ ਦੀ ਦੂਰੀ ਪੈਂਦੀ ਆ, ਜਾਂ ਸੂਰਜ ਚੜ੍ਹਨ ਛਿਪਣ ਦਾ ਸਮੇਂ ਦਾ ਫਰਕ ਪੈਂਦਾ, ਤਾਂ ਉਹਦੇ ਅਕੋਰਡਿੰਗਲੀ ਵੀ ਕਿਉਂ ਪੈਂਦਾ?
ਤਾਂ ਰਾਜੇ ਤੁਸੀਂ ਮਤਲਬ ਕਿ ਜਦੋਂ ਆਪਾਂ ਗਲੋਬ ਵਾਲਾ ਟੌਪਿਕ ਕਰਾਂਗੇ ਨਾ, ਤਾਂ ਉੱਥੇ ਆਪਾਂ ਦੇਖਾਂਗੇ ਵੀ ਆਪਣਾ ਕੈਨੇਡਾ ਅਮਰੀਕਾ ਦੇ ਨਾਲ ਤਾਂ ਦਿਨ ਰਾਤ ਦਾ ਫਰਕ ਪੈ ਗਿਆ। ਅਤੇ ਫਿਰ ਇਹ ਤੋਂ ਬਾਅਦ ਦੁਬਈ ਹੋ ਗਿਆ, ਜਿਵੇਂ ਆਪਾਂ ਸਾਊਦੀ ਅਰਬ ਦੀ ਗੱਲ ਕਰਦੇ ਹਾਂ, ਜਿੰਨੀਆਂ ਅਰਬ ਕੰਟਰੀ ਹੋ ਗਈਆਂ ਜਾਂ ਫਿਰ ਯੂਰਪੀ ਕੰਟਰੀ ਹੋ ਗਈਆਂ, ਜਾਂ ਫਿਰ ਬਾਕੀ ਲਾ ਲਓ ਹੋਰ ਮਲੇਸ਼ੀਆ ਵਗੈਰਾ ਨੇ, ਠੀਕ ਆ, ਜਾਂ ਆਸਟ੍ਰੇਲੀਆ ਹੋ ਗਿਆ, ਜਿਹੜੇ ਵੀ ਬਾਕੀ ਮਤਲਬ ਦੇਸ਼ ਨੇ, ਉਹਨਾਂ ਦੇ ਨਾਲ ਜੋ ਸਾਡਾ ਸਮੇਂ ਦਾ ਫਰਕ ਪੈਂਦਾ ਉਹ ਕਿਹੜੇ ਹਿਸਾਬ ਨਾਲ ਪੈਂਦਾ। ਜਦੋਂ ਆਪਾਂ ਗਲੋਬ ਦਾ ਟੌਪਿਕ ਕਰਾਂਗੇ ਰਾਜੇ, ਤਾਂ ਤੁਸੀਂ ਖੁਦ ਕੈਲਕੂਲੇਟ ਕਰਨੇ ਆ, ਉਹ ਤੁਹਾਨੂੰ ਆਪਾਂ ਖੁਦ ਸਿਖਾਵਾਂਗੇ ਵੀ ਤੁਸੀਂ ਕਿਵੇਂ ਕਰ ਸਕਦੇ ਹੋ। ਤਾਂ ਇੱਥੇ ਬਸ ਆਪਾਂ ਰਾਜੇ ਇੱਕ ਬੇਸਿਕ ਰਫਲੀ ਜਿਹਾ ਆਈਡੀਆ ਜਿਹਾ ਲੈਣਾ। ਇੰਡੀਆ ਦਾ ਸਭ ਤੋਂ ਜਿਹੜਾ ਮਤਲਬ ਕਿ ਇੰਡੀਆ ਦੇ ਰਿਸਪੈਕਟ 'ਚ ਬੈਸਟ ਵਾਲਾ ਪੁਆਇੰਟ ਆ ਉਹ ਕਿੰਨਾ ਗਾ ਸਾਡਾ ਰਾਜੇ, ਲਿਖਣ ਵੇਲੇ ਇਹ ਪੇਪਰ ਦੇ ਵਿੱਚ ਹੁਣ ਤਾਂ ਜਦੋਂ ਆਪਾਂ MCQ ਕਰਾਂਗੇ ਨਾ, ਉਦੋਂ ਤੁਹਾਨੂੰ ਦਿਖਾਵਾਂਗੇ ਰਾਜੇ 4 ਆਪਸ਼ਨਾਂ ਸੀ, 4ਾਂ ਦੇ ਵਿੱਚ ਹੀ 68 ਡਿਗਰੀ 7 ਮਿੰਟ ਔਰ 97 ਡਿਗਰੀ 25 ਮਿੰਟ ਆਹੀ ਲੋਕੇਸ਼ਨਾਂ ਸੀਗੀਆਂ, ਪੁਆਇੰਟ ਸੀਗੇ। ਪਰ ਅਜੇ ਕਿਸੇ ਦੇ ਨਾਲ ਤਾਂ ਇੱਥੇ ਈਸਟ ਲਿਖਤਾ, ਠੀਕ ਆ, ਇੱਥੇ ਈਸਟ ਲਿਖਤਾ, ਇਹ ਤਾਂ ਦੋਨੋਂ ਸਹੀ ਆਨਸਰ ਹੋ ਗਏ। ਪਰ ਕਿਸੇ ਦੇ ਵਿੱਚ ਰਾਜੇ ਇੱਥੇ ਵੈਸਟ ਲਿਖਤਾ, ਇੱਥੇ ਈਸਟ ਲਿਖਤਾ, ਕਿਸੇ 'ਚ ਇੱਥੇ ਨਾਰਥ ਲਿਖਤਾ, ਈਸਟ ਲਿਖਤਾ, ਮਤਲਬ ਕਿ ਕਨਫਿਊਜ਼ ਕਰਨ ਦੇ ਲਈ ਰਾਜੇ ਇਹ ਚੀਜ਼ ਪਾ ਦਿੰਦੇ ਆ। ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ, ਤੁਸੀਂ ਆ ਈਸਟ ਨੋਟ ਕਰਨਾ ਵੀ ਇੱਥੇ ਦੇ ਨਾਲ ਈਸਟ ਲੱਗਿਆ ਤਾਂ ਇਹਦੇ ਨਾਲ ਵੀ ਸਾਡੇ ਕੋਲ ਈਸਟ ਹੋਣਾ ਚਾਹੀਦਾ। ਜੇ ਉਹਨਾਂ ਨੇ ਨਾਰਥ ਵਾਲੇ ਪੁੱਛੇ ਨੇ ਤਾਂ ਉੱਪਰ ਵੀ ਨਾਰਥ ਚਾਹੀਦਾ, ਸਾਨੂੰ ਨੀਚੇ ਵੀ ਨਾਰਥ ਚਾਹੀਦਾ। ਕਲੀਅਰ ਆ। ਤਾਂ ਇਹਦੇ ਵਿੱਚ ਰਾਜੇ ਬਹੁਤ ਵਾਰੀ ਗਲਤ ਹੁੰਦਾ, ਅਤੇ ਕੀ ਕਰਦੇ ਆ ਆਪਸ਼ਨ ਦੇ ਵਿੱਚ ਨਾ, ਉਹ ਚੌਥੀ ਆਪਸ਼ਨ ਇਹੋ ਜਿਹੀ ਜਿਹੜੀ ਕਰੈਕਟ ਹੁੰਦੀ ਆ, ਤਾਂ ਜਿਵੇਂ ਐਂ ਉਲਝਾਉਣਾ ਹੀ ਹੋਵੇ ਤਾਂ ਚੌਥੀ ਆਪਸ਼ਨ ਪਾਉਂਦੇ ਆ। ਕਿਉਂਕਿ ਦੇਖੋ ਰਾਜੇ, ਤਾਂ ਕਾਮਨ ਗੱਲ ਆ, ਹੁਣ ਤੁਸੀਂ ਵੀ ਤਿਆਰੀ ਕਰੋਗੇ ਤਾਂ ਤੁਹਾਨੂੰ ਇਹ ਰੜ ਜਾਣਾ ਵੀ 68 ਡਿਗਰੀ 7 ਮਿੰਟ 97 ਡਿਗਰੀ 25 ਮਿੰਟ। ਤਾਂ ਤੁਸੀਂ ਨਾਰਥ ਈਸਟ ਸਾਊਥ ਵੈਸਟ ਕਦੇ ਨਹੀਂ ਦੇਖੋਗੇ। ਤੁਸੀਂ 4 ਆਪਸ਼ਨਾਂ ਦੇਖੀਆਂ, ਤਾਂ ਪਹਿਲੀ ਆਪਸ਼ਨ 68 7 97 25, ਤਾਂ 60 ਤੋਂ 70% ਬੱਚੇ ਇਹੋ ਜਿਹੇ ਹੁੰਦੇ ਆ ਜਿਹੜੇ ਪਹਿਲੀ ਨੂੰ ਟਿਕ ਮਾਰ ਦਿੰਦੇ ਆ। ਰਾਜੇ ਇੱਕ ਵਾਰੀ ਟਿਕ ਹੋ ਗਿਆ ਉਹਦੇ 'ਤੇ ਫਿਰ ਦੂਸਰੀ ਆਪਸ਼ਨ ਨਹੀਂ ਹੁੰਦੀ, ਫਿਰ ਤਾਂ ਜੇ ਸਹੀ ਪਤਾ ਲੱਗ ਜੇ, ਬਸ ਤੁਸੀਂ ਕਰਨਾ ਸੀ ਜੋ ਕਰਤਾ। ਤਾਂ ਕਰਕੇ ਰਾਜੇ ਕੀ ਕਰਦੇ ਆ, ਉਹ ਮਤਲਬ ਕਿ ਲਾਸਟ ਆਪਸ਼ਨ ਸਹੀ 'ਤੇ ਪਾਉਂਦੇ ਆ, ਸਹੀ ਆਪਸ਼ਨ ਲਾਸਟ 'ਤੇ ਪਾਉਂਦੇ ਆ, ਵੀ ਤਾਂ ਜੋ ਬੱਚੇ ਉੱਪਰ ਦੇਖ ਕੇ, ਜਿਨ੍ਹਾਂ ਨੇ ਮਤਲਬ ਕਿ ਪ੍ਰੋਪਰ ਤਾਂ ਦੇਖਦੇ ਨਹੀਂ, ਕਿਉਂਕਿ ਟਾਈਮ ਰਾਜੇ ਪੂਰਾ ਹੀ ਹੁੰਦਾ, ਆਪਣੇ ਕੋਲ ਸਾਰੀਆਂ ਸਟੇਟਮੈਂਟ ਪੜ੍ਹਨ ਦਾ ਟਾਈਮ ਨਹੀਂ ਹੁੰਦਾ। ਪਰ ਤੁਸੀਂ ਰਾਜੇ ਇਹੋ ਜਿਹੀ ਚੀਜ਼ 'ਚ ਕਨਫਿਊਜ਼ ਨਹੀਂ ਹੋਣਾ, ਠੀਕ ਆ। ਕੋਈ ਨਹੀਂ, 1 ਸਕਿੰਟ ਵੱਧ ਲਾ ਦਿਓ, ਪਰ ਨੰਬਰ ਗਵਾਉਣ ਦੇ ਨਾਲੋਂ ਪਹਿਲਾਂ ਤਾਂ ਵੈਸੇ ਉਹਦਾ ਨੰਬਰ ਗਵਾਓਗੇ, ਫਿਰ ਤੁਸੀਂ ਨੈਗੇਟਿਵ ਮਾਰਕਿੰਗ ਦਾ ਉਹ ਅਲੱਗ ਤੋਂ ਕਟਵਾਓਗੇ। ਤਾਂ ਧਿਆਨ ਨਾਲ ਦੇਖਣਾ ਵੀ ਸਾਡੇ ਕੋਲ ਜਿਹੜਾ ਪੁੱਛਿਆ ਇਹਨਾਂ ਨੇ ਕੀ ਪੁੱਛਿਆ, ਠੀਕ ਆ। ਤਾਂ ਦੇਖੋ ਰਾਜੇ, ਜੇ ਆਪਾਂ ਹੁਣ ਗੱਲ ਕਰਦੇ ਹਾਂ ਸਾਊਥ ਅਤੇ ਨਾਰਥ ਐਕਸਟੈਂਟ ਆਫ ਮੇਨਲੈਂਡ ਇੰਡੀਆ। ਹੁਣ ਰਾਜੇ ਆਹ ਇੰਡੀਆ ਆਪਣਾ, ਵੈਸੇ ਠੀਕ ਆ, ਇੰਡੀਆ ਰਾਜੇ ਆਪਣਾ ਇੱਕ ਖੜਮੇ ਬੰਦੇ ਦੀ ਸ਼ੇਪ 'ਤੇ ਆ, ਅਤੇ ਜਿਹਦੀਆਂ ਬਾਹਾਂ ਦੋਨੇ ਪਾਸੇ ਐਵੇਂ ਮਤਲਬ ਕਿ ਫੈਲੀਆਂ ਹੋਣ, ਕਿਉਂਕਿ ਜੰਮੂ ਕਸ਼ਮੀਰ ਵਾਲਾ ਏਰੀਆ ਆਪਣਾ ਇੰਡੀਆ ਦਾ ਹੈੱਡ ਆ, ਯਾਨੀ ਕਿ ਸਿਰ ਆ। ਨੀਚੇ ਜੋ B ਸ਼ੇਪ ਬਣਦੀ ਹੈ ਨਾ, ਪੈਨਿਨਸੂਲਾ ਰੀਜਨ ਆਪਣਾ, ਜਿੱਥੇ ਆਪਣਾ ਮਤਲਬ ਆਹ ਵਾਲਾ ਏਰੀਆ ਗਾ ਨੀਚੇ, ਇੱਥੋਂ ਗੁਜਰਾਤ ਤੋਂ ਇੱਧਰ ਲੈ ਕੇ ਇੱਧਰ ਆਹ ਪਾਣੀ ਵਾਲਾ ਏਰੀਆ, ਇਹ ਆਪਣੇ ਪੈਰ ਨੇ। ਔਰ ਜਿਹੜਾ ਇੱਧਰ ਨੂੰ ਅਰੁਣਾਚਲ ਦੀ ਸਾਈਡ ਨੂੰ ਜਾਂਦਾ ਆਪਣਾ, ਠੀਕ ਹੈ, ਨਾਰਥ ਈਸਟ ਇੰਡੀਆ, ਤਾਂ ਇਹ ਇੱਧਰਲੀ ਬਾਂਹ ਗਈ, ਆਹ ਗੁਜਰਾਤ ਵਾਲੀ ਇੱਧਰਲੀ ਬਾਂਹ ਗਈ, ਆਹ ਜੰਮੂ ਵਾਲਾ ਏਰੀਆ ਦਾ ਕੀ ਆ, ਸਿਰ। ਪਤਾ ਲੱਗ ਗਿਆ। ਤਾਂ ਹੁਣ ਆਪਾਂ ਇਹਦੀ ਗੱਲ ਕਰਦੇ ਹਾਂ ਵੀ ਸਾਊਥ ਤੋਂ ਨਾਰਥ। ਹੁਣ ਦੇਖੋ ਰਾਜੇ, ਜਿਹੜਾ ਇਹਨਾਂ ਨੇ ਆਪਾਂ ਨੂੰ ਦਿੱਤਾ 8 ਡਿਗਰੀ 4 ਮਿੰਟ ਨਾਰਥ, ਇਹ ਰਾਜੇ ਇੰਡੀਆ ਦਾ ਆਪਣੇ ਕੋਲ ਇੱਥੇ ਆਹ ਵਾਲਾ ਪੁਆਇੰਟ ਹੋ ਸਕਦਾ, ਠੀਕ ਆ। ਕਿਹੜਾ ਪੁਆਇੰਟ ਹੋ ਸਕਦਾ ਸਾਡੇ ਕੋਲ, ਤਾਂ ਆਹ ਵਾਲਾ ਪੁਆਇੰਟ ਆ ਰਾਜੇ। ਤਾਂ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ, ਠੀਕ ਆ। ਜੇ ਤਾਂ ਰਾਜੇ ਤੁਹਾਨੂੰ ਪੁੱਛਿਆ ਜਾਵੇ, ਵੈਸੇ ਅੱਗੇ ਆਪਾਂ ਦੇਖਾਂਗੇ, ਤੁਸੀਂ ਰਾਜੇ ਇੱਥੇ ਨੂੰ ਇੰਨਾ ਹੀ ਕਲੀਅਰ ਕਰਨਾ। ਤਾਂ ਆਪਣੇ ਕੋਲ ਪਤਾ ਲੱਗ ਗਿਆ ਤੁਹਾਨੂੰ ਵੀ ਆਪਣੇ ਕੋਲ ਜਿਹੜਾ ਇੰਡੀਆ ਗਾ ਉਹ 8 ਡਿਗਰੀ 4 ਮਿੰਟ ਨਾਰਥ ਤੋਂ ਨੀਚੇ, ਜਾਣੀ ਕਿ ਜੋ ਆਪਣਾ ਇੱਥੇ ਆਹ ਵਾਲਾ ਪੈਂਦਾ, ਇੱਥੇ ਆਹ ਵਾਲਾ ਏਰੀਆ ਨਾ, ਤਾਮਿਲਨਾਡੂ ਦਾ ਏਰੀਆ, ਤਾਂ ਆਹ ਵਾਲਾ ਏਰੀਆ ਰਾਜੇ ਇੱਥੇ ਆਪਣਾ ਕਿੰਨਾ ਗਾ 8 ਡਿਗਰੀ 4 ਮਿੰਟ, ਠੀਕ ਆ। ਇੱਥੋਂ ਸ਼ੁਰੂ ਹੁੰਦਾ ਅਤੇ ਫਿਰ ਇਹ ਚੱਲਦਾ ਉੱਪਰ ਜਾ ਕੇ ਆਪਣੇ ਕੋਲ ਇੱਥੇ ਜੰਮੂ ਵਾਲੇ ਏਰੀਏ 'ਚ ਆਪਾਂ ਪਹੁੰਚ ਜਾਂਦੇ ਹਾਂ। ਤਾਂ ਇੱਥੇ ਆ ਕੇ ਕਿੰਨਾ ਹੋ ਜਾਂਦਾ ਸਾਡੇ ਕੋਲ 37 ਡਿਗਰੀ 6 ਮਿੰਟ। ਇਹਨਾਂ ਦੋਨਾਂ ਦੇ ਨਾਲ ਨਾਰਥ ਲੱਗਣਾ ਰਾਜੇ, ਇਹ ਤੁਸੀਂ ਕਨਫਿਊਜ਼ ਨਹੀਂ ਹੋਣਾ, ਆਨਸਰ ਦੇਖ ਕੇ ਲਾਉਣਾ। ਕਲੀਅਰ ਆ। ਦੇਖੋ ਫਿਰ ਰਾਜੇ ਆਪਾਂ ਗੱਲ ਕਰਦੇ ਹਾਂ, ਆਹ ਤਾਂ ਹੋ ਗਈ ਮੇਨਲੈਂਡ ਦੀ ਟੈਂਸ਼ਨ ਹੋ ਗਈ, ਠੀਕ ਆ। ਮਤਲਬ ਕਿ ਆਹ ਜਿਵੇਂ ਇੰਡੀਆ ਦਾ ਮੈਪ ਆ ਰਾਜੇ, ਮੰਨ ਲਓ ਇੱਕ ਰਫਲੀ ਜਾ ਆਹ ਧਰਤੀ ਦੇ ਵਿੱਚ ਹੋ ਗਿਆ, ਜਿਹੜੀ ਆਪਣੀ ਲੈਂਡ ਮਤਲਬ ਕਿ ਪਾੜਦੀ ਨਹੀਂ ਹੈਗੀ ਕਿਸੇ ਚੀਜ਼ ਨਾਲੋਂ। ਇੰਡੀਆ ਮਤਲਬ ਇਵੇਂ ਆ ਪ੍ਰੋਪਰ ਹੋ ਗਿਆ ਨਾ, ਇੱਥੋਂ ਲੈ ਕੇ ਰਾਜੇ ਮੰਨ ਲਓ ਤੁਸੀਂ ਜੰਮੂ ਤੋਂ ਲੈ ਕੇ ਜੇ ਤੁਸੀਂ ਇੱਥੇ ਤੱਕ ਜਾਣਾ ਤਾਮਿਲਨਾਡੂ ਤੱਕ, ਕੀ ਟੋਟੇ ਨੇ, ਸਾਰਾ ਏਰੀਆ ਜੁੜਿਆ ਨਾ, ਤਾਂ ਇਹ ਹੋ ਗਈ ਰਾਜੇ ਮੇਨਲੈਂਡ। ਆਹ ਇੱਥੇ ਹੁਣ ਜਿਵੇਂ ਸ੍ਰੀਲੰਕਾ ਇੱਧਰ ਬੇ ਆਫ ਬੰਗਾਲ ਦੇ ਵਿੱਚ ਅੰਡੇਮਾਨ ਆ, ਇੱਧਰ ਆਪਣੇ ਕੋਲ ਲਕਸ਼ਦੀਪ ਆ, ਹੈ ਤਾਂ ਰਾਜੇ ਇਹ ਵੀ ਇੰਡੀਆ ਦੇ ਕੰਟਰੋਲ 'ਚ ਨੇ, ਪਰ ਇਹ ਮੇਨਲੈਂਡ 'ਚ ਨਹੀਂ ਆਉਂਦੇ, ਠੀਕ ਆ। ਇਹ ਕਿਹੜੀ ਲੈਂਡ 'ਚ ਨਹੀਂ ਆਉਂਦੇ, ਮੇਨਲੈਂਡ 'ਚ ਨਹੀਂ ਆਉਂਦੇ। ਤਾਂ ਉਹ ਉਹਨਾਂ ਨੇ ਤੁਸੀਂ ਧਿਆਨ ਨਾਲ ਦੇਖਣਾ ਰਾਜੇ। ਇੱਥੇ ਤੁਸੀਂ ਉਹਦੇ 'ਚ ਵੀ ਕੁਐਸਚਨ ਦੇ ਵਿੱਚ ਵੀ ਜਦੋਂ ਦੇਖਣਾ ਨਾ ਤੁਸੀਂ, ਤਾਂ ਤੁਸੀਂ ਦੇਖਣਾ ਵੀ ਉਹ ਕੁਐਸਚਨ ਦੇ ਵਿੱਚ ਕੀ ਪੁੱਛ ਰਹੇ ਆ। ਉਹਨਾਂ ਨੇ ਮੇਨਲੈਂਡ ਪੁੱਛਿਆ ਜਾਂ ਤੁਹਾਨੂੰ ਵੈਸੇ ਹੀ ਸਦਰਨ ਮੋਸਟ ਪੁਆਇੰਟ ਪੁੱਛਿਆ। ਜੇ ਤਾਂ ਰਾਜੇ ਤੁਹਾਨੂੰ ਪੁੱਛਿਆ ਵੀ ਸਾਰਿਆਂ ਨੂੰ ਇੰਡੀਆ ਦੇ ਦੱਖਣ ਦੇ ਵਿੱਚ ਪੁਆਇੰਟ ਕਿਹੜਾ, ਸਭ ਤੋਂ ਜ਼ਿਆਦਾ ਦੱਖਣ ਦੇ ਪੁਆਇੰਟ ਵਿੱਚੋਂ ਕਿਹੜਾ ਪੁਆਇੰਟ ਕਿਹੜਾ ਇੰਡੀਆ ਦਾ, ਤਾਂ ਰਾਜੇ ਉਹ ਆਪਣਾ ਆਊਗਾ ਅੰਡੇਮਾਨ 'ਚ, ਇੱਧਰਲੇ ਪਾਸੇ, ਠੀਕ ਆ। ਆਹ ਇੱਥੇ ਏਰੀਏ 'ਚ ਆਊਗਾ ਅੰਡੇਮਾਨ ਦੇ ਵਿੱਚ, ਜਾਣੀ ਕਿ ਆਹ ਦੇਖੋ ਰਾਜੇ ਇੱਥੇ BOB ਏਰੀਏ 'ਚ, ਮਤਲਬ ਬੇ ਆਫ ਬੰਗਾਲ ਦੇ ਏਰੀਏ 'ਚ। ਔਰ ਜੇ ਤੁਹਾਨੂੰ ਪੁੱਛਿਆ ਵੀ ਮੇਨਲੈਂਡ ਦੇ ਵਿੱਚ ਰਾਜੇ ਆ ਇੱਥੇ ਪੁਆਇੰਟ ਆਉਣਾ। ਕਲੀਅਰ ਆ। ਮੇਨਲੈਂਡ 'ਤੇ ਤੁਹਾਨੂੰ ਪਤਾ ਲੱਗ ਗਿਆ
ਵੀ ਇੰਡੀਆ ਦੇ ਵਿੱਚ ਮੇਨਲੈਂਡ ਦੇ ਵਿੱਚ ਇਹ ਵਾਲਾ ਪੁਆਇੰਟ ਆ। ਤਾਂ ਰਾਜੇ ਇੰਡੀਆ ਦਾ ਜੋ ਐਕਸਟੈਂਸ਼ਨ ਆ ਉਹ ਤੁਸੀਂ ਉੱਤੇ ਦੇਖ ਲਿਆ। ਬਾਕੀ ਤੁਸੀਂ ਆ ਫੇਰ ਦੇਖ ਲਓ, ਇੰਡੀਆ ਦੇ ਇੱਧਰ ਨੂੰ ਐਕਸਟੈਂਸ਼ਨ ਤਾਂ ਕੋਈ ਫਰਕ ਹੀ ਹੈ ਨਹੀਂ, ਠੀਕ ਆ। ਇੱਧਰ ਵੀ ਉਹੀ ਆ ਈਸਟ ਤੇ, ਇੱਧਰ ਆਪਣਾ ਗੁਜਰਾਤ ਵਾਲੀ ਸਾਈਡ ਵੀ ਉਹੀ ਆ, ਇੱਥੇ ਅਰੁਣਾਚਲ ਵਾਲੀ ਸਾਈਡ ਵੀ ਉਹੀ ਆ। ਤੇ ਆ ਇੰਡੀਆ ਦਾ ਇਸ ਰੋਡ ਨੂੰ ਹੋ ਗਿਆ, ਆ ਇੱਧਰ ਨੂੰ ਹੋ ਗਿਆ। ਰਾਜੇ ਇੱਧਰ ਨੂੰ ਤਾਂ ਸਾਰਾ ਹੀ ਮੇਨਲੈਂਡ ਦੇ ਵਿੱਚ ਆ ਜਿਹੜਾ ਗੁਜਰਾਤ ਤੋਂ ਅਰੁਣਾਚਲ ਵਾਲਾ ਇਹ ਤਾਂ ਸਾਰਾ ਹੀ ਮੇਨਲੈਂਡ 'ਚ ਆ। ਅਤੇ ਉੱਪਰ ਤੋਂ ਨੀਚੇ ਵਾਲੇ ਦੇ ਵਿੱਚ ਫਰਕ ਪੈਂਦਾ, ਕਿਉਂਕਿ ਇੱਥੇ ਕੰਨਿਆ ਕੁਮਾਰੀ ਇੱਥੇ ਤੱਕ ਆਪਣਾ ਤਾਮਿਲਨਾਡੂ ਤੱਕ ਰਾਜੇ ਆਹ ਤਾਂ ਸਾਰੀ ਮੇਨਲੈਂਡ ਹੋ ਗਈ। ਪਰ ਆ ਜਿਹੜਾ ਇੱਧਰ ਆਹ ਵਾਲੇ ਪੈਂਦੇ ਆ ਨਾ, ਇਹ ਆਪਣੇ ਮੇਨਲੈਂਡ 'ਚ ਜਿਹੜਾ ਟਾਪੂ ਨਹੀਂ ਹੈਗੇ, ਅੰਡੇਮਾਨ ਆ ਨਾ ਆਪਣਾ ਇੱਧਰ ਆ ਜਿਹੜਾ ਲਕਸ਼ਦੀਪ ਆ ਇੱਧਰਲਾ, ਅਤੇ ਇਹ ਆਪਣੇ ਮੇਨਲੈਂਡ ਦੇ ਵਿੱਚ ਨਹੀਂ ਹੈਗੇ। ਹੁਣ ਦੇਖੋ ਰਾਜੇ ਸਦਰਨ ਐਂਡ ਨਦਰਨ ਮੋਸਟ ਪੁਆਇੰਟ ਹੁੰਦੇ ਨੇ, ਤਾਂ ਉਹਦੇ ਬਾਰੇ ਆਪਾਂ ਗੱਲ ਕਰਨੀ ਆ। ਉੱਪਰ ਹੈਡਿੰਗ ਦੇਖ ਲਿਆ ਹੋਊਗਾ ਵੀ ਮਤਲਬ ਕਿਹੜੇ ਕਿਹੜੇ ਪੁਆਇੰਟ ਨੇ। ਰਾਜੇ ਦੇਖਣਾ ਵੀ ਜਿਵੇਂ ਆਪਾਂ ਦੇਖੀਏ, ਮੰਨ ਲਓ ਇੱਕ ਕੋਈ ਸਟਰੀਟ ਆ ਜਾਂ ਮਤਲਬ ਕਿ ਕੋਈ ਗਲੀ ਆ ਕਿਸੇ ਦੀ ਸੜਕ ਆ, ਇੱਕ ਤਾਂ ਉਹਦਾ ਘਰ ਆ ਇੱਥੇ ਏ, ਫਿਰ ਹੈਗਾ ਬੀ ਸੀ ਡੀ, ਇੱਕ ਈ। ਤਾਂ ਦੇਖੋ ਰਾਜੇ ਆਹ ਤਾਂ ਹੈਗਾ ਜਮਾ ਦੱਖਣ ਵਾਲੀ ਸਾਈਡ 'ਤੇ, ਠੀਕ ਆ। ਕਿਹੜੀ ਸਾਈਡ 'ਚ ਆ? ਦੱਖਣ ਸਾਈਡ। ਆਹ ਹੈਗਾ ਉੱਤਰ ਸਾਈਡ, ਠੀਕ ਆ। ਆਹ ਜਮਾ ਉੱਪਰਲੇ ਪਾਸੇ ਘਰ ਲੱਗ ਗਿਆ ਜਿਹਨੂੰ, ਇਹਨੂੰ ਤਾਂ ਰਾਜੇ ਕਹਿੰਦੇ ਆ ਜਮਾ ਨਦਰਨ ਪੁਆਇੰਟ, ਨਦਰਨ ਹਾਊਸ, ਠੀਕ ਆ। ਆਹ ਜਿਹੜਾ ਨੀਚੇ ਵਾਲਾ ਗਾ ਇਹਨੂੰ ਅਸੀਂ ਕਹਿੰਦੇ ਆ ਸਦਨ, ਤਾਂ ਜਾਣੀ ਕਿ ਜਮਾ ਲਾਸਟ 'ਤੇ ਹੋ ਗਿਆ ਨਾ। ਤਾਂ ਬਸ ਇਹੀ ਗੱਲ ਆਪਾਂ ਇਹਦੇ 'ਚ ਕਰਨੀ ਆ ਰਾਜੇ, ਵੀ ਇੱਕ ਤਾਂ ਆਪਣੇ ਕੋਲੇ ਪਹਿਲਾ ਪੁਆਇੰਟ ਹੈਗਾ, ਆਪਾਂ ਦੇਖੋ ਨਾਰਥ ਵਾਲੇ ਦੀ ਗੱਲ ਕਰਦੇ ਹਾਂ। ਤਾਂ ਰਾਜੇ ਇੰਦਰਾ ਕੌਲ, ਤੁਸੀਂ ਯਾਦ ਰੱਖਣਾ ਰਾਜੇ, ਇਹ ਵੀ ਬਹੁਤ ਵਾਰ ਪੁੱਛਿਆ ਜਾ ਚੁੱਕਿਆ। ਇੰਦਰਾ ਕੌਲ, ਇੰਦਰਾ ਕੌਲ ਕੀ ਆ? ਇੰਡੀਆ ਦਾ ਸਭ ਤੋਂ ਉੱਪਰਲਾ ਬਸ ਯਾਦ ਰੱਖਿਓ ਤੁਸੀਂ, ਜੰਮੂ ਵਾਲੇ ਏਰੀਏ 'ਚ ਆਊਗਾ ਨਾ ਮਤਲਬ ਕਿ ਤਾਂ ਆਪਣਾ ਇਹ ਤਾਂ ਵਾਲੇ ਪੁਆਇੰਟ 'ਚ ਆ ਗਿਆ ਰਾਜੇ ਉੱਪਰ। ਤਾਂ ਇਹ ਕਿੰਨੇ ਤੇ ਆਪਣੇ ਕੋਲੇ ਦੇਖੋ ਰਾਜੇ, ਜੇ ਤਾਂ ਤੁਹਾਨੂੰ ਪੁੱਛਿਆ ਜਾਵੇ ਇੰਦਰਾ ਕੌਲ ਲੈਟੀਟਿਊਡ 'ਤੇ ਪੁੱਛਿਆ ਜਾਵੇ, ਠੀਕ ਹੈ, ਐਸ ਲੋਡ ਪੁੱਛਿਆ ਜਾਵੇ ਤੁਹਾਨੂੰ, ਤਾਂ ਐਸ ਲੋਡ ਤਾਂ ਹੈਗਾ ਰਾਜੇ ਇਹ 35 ਡਿਗਰੀ 39 ਮਿੰਟ ਦੇ। ਦੇਖੋ ਰਾਜੇ ਜੇ ਤਾਂ ਤੁਹਾਨੂੰ ਪੁੱਛਿਆ ਜਾਵੇ ਐਸ ਲੋਡ ਲੇਟਮੀਆਂ ਰੇਖਾ ਦੇ ਆਧਾਰ 'ਤੇ, ਤਾਂ ਰਾਜੇ ਹੈਗੀ ਆ ਸਾਡੇ ਕੋਲੇ ਆਹ ਵਾਲੀ ਚੀਜ਼, ਠੀਕ ਆ। ਮਤਲਬ ਆਹ ਦੇਖਣਾ ਤੁਸੀਂ 35 ਡਿਗਰੀ 39 ਮਿੰਟ 'ਤੇ ਆ। ਔਰ ਜੇ ਤੁਹਾਨੂੰ ਪੁੱਛਿਆ ਜਾਵੇ ਰਾਜੇ ਖੜਮੀਆਂ ਰੇਖਾ ਦੇ ਆਧਾਰ 'ਤੇ, ਹੁਣ ਖੜਮੀਆਂ ਰੇਖਾ ਕਿਹਦੇ ਆਧਾਰ 'ਤੇ ਪੁੱਛਣਗੇ ਤੁਹਾਨੂੰ, ਠੀਕ ਆ, ਐਸ ਲੋਡ ਪੁੱਛਣਗੇ। ਤਾਂ ਐਸ ਲੋਡ ਇਹ ਆਉਂਦਾ ਸਾਡੇ ਕੋਲੇ 76 ਡਿਗਰੀ ਔਰ 47 ਮਿੰਟ 'ਤੇ। ਆਹ ਖੜਮੀਆਂ ਰੇਖਾ ਦੇ ਆਧਾਰ 'ਤੇ ਆ, ਆਹ ਲੇਟਮੀਆਂ ਦੇ ਆਧਾਰ 'ਤੇ ਆ। ਬਸ ਇੱਥੇ ਤੁਸੀਂ ਯਾਦ ਕੀ ਰੱਖਣਾ ਰਾਜੇ, ਇੰਦਰਾ ਕੌਲ, ਇੰਦਰਾ ਕੌਲ ਕੀ ਆ ਸਾਡਾ ਸਾਰਿਆਂ ਨੂੰ ਉੱਤਰੀ ਪੁਆਇੰਟ ਆ ਭਾਰਤ ਦਾ। ਫਿਰ ਅਜੇ ਤੁਸੀਂ ਯਾਦ ਰੱਖਣਾ ਇੰਦਰਾ ਦੀ ਨੇ ਦੋਨੇ, ਇੰਦਰਾ ਪੁਆਇੰਟ ਆ, ਇੰਦਰਾ ਪੁਆਇੰਟ ਆ, ਇਹ ਕੀ ਹੈ ਸਾਡਾ ਬੇ ਆਫ ਬੰਗਾਲ ਦੇ ਵਿੱਚ ਪੈਂਦਾ ਰਾਜੇ। ਜੇ ਜਮੇ ਤੁਹਾਨੂੰ ਮੇਨਲੈਂਡ 'ਚ ਨਹੀਂ ਹੈਗਾ, ਵੈਸੇ ਯਾਦ ਰੱਖਿਓ ਇਹ ਬੇ ਆਫ ਬੰਗਾਲ ਦੇ ਵਿੱਚ ਪੈਂਦਾ। ਇੱਥੇ ਜ਼ਿਲ੍ਹਾ ਕਿਹੜਾ ਪੈਂਦਾ? ਨਿਕੋਬਾਰ। ਔਰ ਇਹਨਾਂ ਨੂੰ ਤਹਿਸੀਲ ਕਿਹੜੀ ਪੈਂਦੀ ਆ? ਗ੍ਰੇਟ ਨਿਕੋਬਾਰ। ਲਕਸ਼ਮੀ ਨਗਰ ਪੰਚਾਇਤ ਦੇ ਅਧੀਨ ਆਉਂਦੀ ਆ ਇੰਦਰਾ ਪੁਆਇੰਟ ਸਾਡੀ ਜਗ੍ਹਾ ਕੀ ਜਿਹੜੀ, ਇਹ ਸਭ ਤੋਂ ਦੱਖਣੀ ਪੁਆਇੰਟ ਆ, ਮੇਨਲੈਂਡ ਦੇ ਵਿੱਚ ਨਹੀਂ ਹੈਗਾ ਰਾਜੇ। ਇਹਦੇ ਹੋਰ ਨਾਮ ਵੀ ਨੇ, ਆ ਤੁਸੀਂ ਇੱਥੋਂ ਪੜ੍ਹ ਲਿਓ ਰਾਜੇ, ਠੀਕ ਆ। ਇਸ ਤੋਂ ਬਾਅਦ ਕੇਪ ਕੈਮਰੋਨ ਆ ਰਾਜੇ ਆਪਣੇ ਕੋਲੇ, ਇਹ ਵੀ ਉਲਝਾਉਣ ਦੇ ਲਈ ਕਾਫੀ ਵਾਰ ਪਾਇਆ ਜਾਂਦਾ ਵੀ ਕੇਪ ਕੈਮਰੋਨ ਇੰਡੀਆ ਦਾ ਸਭ ਤੋਂ ਸਦਰਨ ਮੋਸਟ ਪੁਆਇੰਟ ਆ, ਜਾਂ ਫਿਰ ਆਪਣੇ ਕੋਲੇ ਜਿਹੜਾ ਇੰਦਰਾ ਪੁਆਇੰਟ ਆ ਉਹ ਸਭ ਤੋਂ ਸਾਊਥ ਮੋਸਟ ਪੁਆਇੰਟ ਆ। ਤਾਂ ਤੁਸੀਂ ਕੀ ਕਹਿਣਾ ਰਾਜੇ, ਵੀ ਜੇ ਤਾਂ ਮੇਨਲੈਂਡ ਦੇ ਵਿੱਚ ਪੁੱਛਿਆ ਤਾਂ ਤੁਸੀਂ ਕੇਪ ਕੈਮਰੋਨ ਕਹਿਣਾ, ਅਗਰ ਜੰਮੀ ਸਾਊਥ ਸਦਰਨ ਮੋਸਟ ਪੁਆਇੰਟ ਪੁੱਛਿਆ ਤਾਂ ਇੰਦਰਾ ਪੁਆਇੰਟ ਕਹਿਣਾ। ਇੰਦਰਾ ਪੁਆਇੰਟ ਜਮਾ ਲਾਸਟ ਦੇ ਆ ਰਾਜੇ, ਉਹ ਉਹਦੇ 'ਚ ਆਪਣਾ ਅੰਡੇਮਾਨ 'ਚ, ਠੀਕ ਆ। ਔਰ ਆਪਣਾ ਕੇਪ ਕੈਮਰੋਨ ਕਿਹਦੇ 'ਚ ਆ? ਤਾਮਿਲਨਾਡੂ 'ਚ ਆ ਰਾਜੇ। ਇੱਥੋਂ ਤੁਸੀਂ ਨੋਟ ਕਰ ਲਿਓ, ਕਲੀਅਰ ਆ। ਚਲੋ ਹੁਣ ਦੇਖੋ ਰਾਜੇ ਐਕਸਟੈਂਸ਼ਨ ਦੀ ਗੱਲ ਕਰੀਏ ਤਾਂ ਇੰਡੀਆ ਦਾ ਏਰੀਆ ਰਾਜੇ ਇਹ ਤਾਂ ਵੈਸੇ 32,87,263 ਸਕੁਅਰ ਕਿਲੋਮੀਟਰ ਏਰੀਆ। ਅਤੇ ਦੁਨੀਆ ਦੇ ਵਿੱਚੋਂ ਇਹ ਕਿਹੜੇ ਨੰਬਰ 'ਤੇ ਹੁੰਦਾ ਰਾਜੇ? ਏਰੀਆ ਵਾਈਜ਼ ਆਪਾਂ ਹੈਗੇ ਆਂਗੇ 7ਵੇਂ ਰੈਂਕ 'ਤੇ। ਮਤਲਬ ਇਹ ਤੋਂ ਮਤਲਬ 6 ਦੇਸ਼ ਸਾਥੋਂ ਵੱਡੇ ਪਏ ਨੇ ਆਲਰੇਡੀ ਦੁਨੀਆ ਦੇ ਵਿੱਚ। ਪੂਰੀ ਦੁਨੀਆ ਦਾ ਏਰੀਆ ਦੇ ਅਕੋਰਡਿੰਗਲੀ ਆਪਾਂ ਕਿੰਨਾ ਏਰੀਆ ਕਵਰ ਕਰਦੇ ਹਾਂ ਪੂਰੇ ਵਰਲਡ ਦਾ? ਮੇਨਲੈਂਡ ਦਾ 2.4%, ਟੋਟਲ ਸਰਫੇਸ ਏਰੀਆ ਦਾ ਕਰਦੇ ਹਾਂ ਆਪਾਂ। ਇਦੋਂ ਵੱਧ ਰਾਜੇ ਨਾਰਥ ਸਾਊਥ ਐਕਸਟੈਂਸ ਇੰਦਰਾ ਕੌਲ ਕਸ਼ਮੀਰ 'ਚ ਆ, ਕੰਨਿਆ ਕੁਮਾਰੀ ਆਪਣੀ ਨੀਚੇ ਆ। ਤਾਂ ਰਾਜੇ ਦੇਖੋ ਜੇ ਤਾਂ ਆਪਾਂ ਦੇਖੀਏ ਆ ਇੱਧਰ ਦੇਖੋ ਰਾਜੇ ਲੈਫਟ ਸਾਈਡ 'ਤੇ ਹੇਅਰ, ਠੀਕ ਆ। ਆ ਤਾਂ ਹੋ ਗਿਆ ਤਾਂ ਤੋਂ ਲੈ ਕੇ ਜੇ ਆਪਾਂ ਇੰਡੀਆ ਦੇ ਨੀਚੇ ਨੂੰ ਆਉਂਦੇ ਆ ਤਾਂ ਇੱਧਰ ਨੂੰ ਤਾਂ ਹੈਗੇ ਆ ਸਾਡੇ ਕੋਲੇ 3214 ਕਿਲੋਮੀਟਰ, ਠੀਕ ਆ। ਅਗਰ ਰਾਜੇ ਆਪਾਂ ਜਾਣਾ ਹੋਵੇ ਹੁਣ ਨੀਚੇ ਦੇਖੋ ਰਾਜੇ ਇੱਧਰ ਹੇਅਰ, ਤਾਂ ਜੇ ਤਾਂ ਆਪਾਂ ਇੱਧਰ ਨੂੰ ਗੁਜਰਾਤ ਤੋਂ ਅਰੁਣਾਚਲ ਵਾਲੀ ਸਾਈਡ ਇੰਡੀਆ ਨੂੰ ਆਪਣਾ ਹੋਵੇ ਤਾਂ ਇੱਧਰ ਨੂੰ ਟੋਟਲ ਸਾਡੇ ਕੋਲੇ ਡਿਸਟੈਂਸ ਬਣਦੀ ਆ ਇੰਨੇ ਕਿਲੋਮੀਟਰ, ਜਾਣੀ ਕਿ 2933 ਕਿਲੋਮੀਟਰ। ਕਲੀਅਰ ਆ। ਰਨ ਆਫ ਕੱਛ ਇਹ ਰਾਜੇ ਗੁਜਰਾਤ 'ਚ ਹੈ, ਪਾਕਿਸਤਾਨ ਦੇ ਨਾਲ ਵਿਵਾਦਿਤ ਮੁੱਦਾ ਵੀ ਆਪਣਾ ਰਨ ਆਫ ਕੱਛ ਦਾ। ਤਾਂ 2933 ਲੇਟਮੀ ਸਾਈਡ ਆ, ਖੜਮੀ ਸਾਈਡ 3214। ਤਾਂ ਖੜਮੇ ਸਾਈਡ ਰਾਜੇ ਇੰਡੀਆ ਆਪਣਾ ਜ਼ਿਆਦੇ ਆ, ਠੀਕ ਆ। ਦੇਖੋ ਰਾਜੇ ਆਹ ਨੇ ਆਪਣੇ ਕੋਲੇ ਦੁਨੀਆ ਦੇ ਵੱਡੇ ਦੇਸ਼ ਨੇ
ਸਭ ਤੋਂ ਏਰੀਆ ਵਾਈਜ਼ ਰਸ਼ੀਆ, ਕੈਨੇਡਾ, USA, ਚਾਈਨਾ, ਬ੍ਰਾਜ਼ੀਲ, ਆਸਟ੍ਰੇਲੀਆ ਔਰ ਆ ਆਪਣਾ ਪਿਆਰਾ ਭਾਰਤ ਇੰਡੀਆ। ਕੈਪੀਟਲ ਆਪਣੀ ਨਿਊ ਦਿੱਲੀ ਔਰ ਕੰਟੀਨੈਂਟ ਏਸ਼ੀਆ। ਆ ਰਾਜੇ ਸਾਰਿਆਂ ਦੀਆਂ ਇੱਥੇ ਆਪਣੇ ਕੋਲ ਆ ਸਲਾਈਡ ਇੱਥੇ ਮਤਲਬ ਕਿ ਇਨ ਦਿਸ ਕਾਲਮ ਆਪਣੇ ਕੋਲ ਕੈਪੀਟਲ ਨੇ, ਇੱਧਰ ਕੀ ਨੇ ਕੰਟੀਨੈਂਟ, ਕਿਹੜੇ ਕਿਹੜੇ ਕੰਟੀਨੈਂਟ ਦੇ ਵਿੱਚ ਆਉਂਦੀਆਂ ਨੇ। ਜਦੋਂ ਰਾਜੇ ਆਪਾਂ ਗਲੋਬ ਵਾਲਾ ਟੌਪਿਕ ਕੀਤਾ ਤਾਂ ਉਦੋਂ ਤੁਹਾਨੂੰ ਦੱਸਾਂਗੇ ਵੀ ਇਹਨੂੰ ਯਾਦ ਕਰਨ ਦਾ ਕੀ ਤਰੀਕਾ ਸਾਡੇ ਕੋਲ, ਕਿਵੇਂ ਐਸ ਲੋਡ ਕਰਕੇ ਅਸੀਂ ਇਹਨਾਂ ਨੂੰ ਯਾਦ ਰੱਖ ਸਕਦੇ ਹਾਂ ਏਰੀਆ ਵਾਈਜ਼ਲੀ। ਕਲੀਅਰ ਆ। ਫਿਰ ਅਜੇ ਦੇਖੋ ਬਾਉਂਡਰੀ ਆਫ ਇੰਡੀਆ, ਮਤਲਬ ਕਿ ਹੁਣ ਜੇ ਭਾਰਤ ਆ, ਭਾਰਤ ਦੇ ਨਾਲ ਤੁਸੀਂ ਦੇਖਿਆ ਕੁਛ ਕੁ ਦੇਸ਼ਾਂ ਦੇ ਨਾਲ ਤਾਂ ਅਸੀਂ ਮੇਨਲੈਂਡ ਹੀ ਮਤਲਬ ਕਿ ਸ਼ੁਰੂ ਕਰ ਲੈਂਦੇ ਹਾਂ ਨਾ, ਮੇਨਲੈਂਡ ਹੀ ਸਾਡੀ ਹੈਗੀ ਆ, ਉਹਨਾਂ ਦੇ ਨਾਲ ਜੁੜਦੀ ਆ। ਪਰ ਸਾਰੇ ਦੇਸ਼ਾਂ ਦੇ ਨਾਲ ਰਾਜੇ ਆਪਣੀ ਉਵੇਂ ਤਾਂ ਨਹੀਂ ਲੈਂਡ ਜੁੜਦੀ, ਕੁਛ ਕੁ ਦੇਸ਼ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਦੇ ਨਾਲ ਆਪਾਂ ਪਾਣੀ ਦੇ ਨਾਲ ਜੋੜਦੇ ਹਾਂ ਨਾ। ਕਲੀਅਰ ਆ। ਤਾਂ ਰਾਜੇ ਬਾਉਂਡਰੀ ਆਪਾਂ ਤਿੰਨ ਤਰੀਕਿਆਂ ਨਾਲ ਕਰਦੇ ਹਾਂ। ਇੱਕ ਤਾਂ ਹੁੰਦੀ ਹੈ ਸਾਡੇ ਕੋਲੇ ਫਿਜ਼ੀਓਗ੍ਰਾਫਿਕ, ਰਾਜੇ ਇਹ ਤੁਸੀਂ ਨੋਟ ਕਰ ਲੈਣਾ, ਠੀਕ ਆ। ਮਤਲਬ ਬਾਉਂਡਰੀ ਅਸੀਂ ਤਿੰਨ ਤਰੀਕਿਆਂ ਨਾਲ ਨਿਰਧਾਰਿਤ ਕਰਦੇ ਹਾਂ। ਪਹਿਲੇ ਨੰਬਰ 'ਤੇ ਇੱਕ ਸਾਡੇ ਕੋਲ ਹੁੰਦੀ ਆ ਫਿਜ਼ੀਓਗ੍ਰਾਫਿਕ। ਇੱਕ ਦੂਜੇ ਨੰਬਰ 'ਤੇ ਸਾਡੇ ਕੋਲ ਕਿਹੜੀ ਹੁੰਦੀ ਆ ਰਾਜੇ, ਜਿਓਮੈਟਰੀਕਲ। ਦੂਜੇ ਨੰਬਰ 'ਤੇ ਕਿਹੜੀ ਹੁੰਦੀ ਆ, ਜਿਓਮੈਟਰੀਕਲ। ਤੀਸਰੇ ਨੰਬਰ 'ਤੇ ਹੁੰਦੀ ਆ ਰਾਜੇ ਸਾਡੇ ਕੋਲ ਆਰਟੀਫਿਸ਼ੀਅਲ। ਕਿਹੜੀ ਹੁੰਦੀ ਆ ਰਾਜੇ, ਆਰਟੀਫਿਸ਼ੀਅਲ। ਲਿਖ ਲਿਓ ਉਦੋਂ ਬਾਅਦ 'ਚ। ਕਲੀਅਰ ਆ। ਜਿਹੜੀ ਰਾਜੇ ਆਪਣੇ ਕੋਲ ਹੁੰਦੀ ਆ ਫਿਜ਼ੀਓਗ੍ਰਾਫੀ, ਇਹਨੂੰ ਪੰਜਾਬੀ ਦੇ ਵਿੱਚ ਰਾਜੇ ਤੁਸੀਂ ਮੈਂ ਬੋਲ ਦੇਣਾ, ਚਲੋ ਮੈਂ ਲਿਖ ਹੀ ਦਿੰਦਾ। ਇਹ ਰਾਜੇ ਕਿਹੜੀ ਹੁੰਦੀ ਆ ਸਾਡੇ ਕੋਲੇ, ਭੂਗੋਲਕ। ਅਤੇ ਜਿਹੜੀ ਆਪਣੇ ਕੋਲੇ ਜਿਓਮੈਟਰੀਕਲ ਹੁੰਦੀ ਆ, ਇਹ ਰਾਜੇ ਲੈਟੀਟਿਊਡ ਅਤੇ ਅਸੀਂ ਲੌਂਗੀਟਿਊਡ ਨਾਲ ਤੈਅ ਨਿਰਧਾਰਿਤ ਕਰਦੇ ਹਾਂ। ਜਿਓਮੈਟਰੀਕਲ ਕਾਹਦੇ ਨਾਲ ਰਾਜੇ ਦੇਖਦੇ ਹਾਂ ਅਸੀਂ, ਲੌਂਗੀਟਿਊਡ ਐਂਡ ਲੈਟੀਟਿਊਡ। ਲੈਟੀਟਿਊਡ ਅਤੇ ਲੌਂਗੀਟਿਊਡ ਦੇ ਬੇਸ 'ਤੇ ਆਪਾਂ ਇਹਨੂੰ ਕਰਦੇ ਹਾਂ। ਜਿਹੜੀ ਆਰਟੀਫਿਸ਼ੀਅਲ ਹੁੰਦੀ ਆ, ਇਹ ਰਾਜੇ ਵੈਸੇ ਪੋਲੀਟੀਕਲ ਬਾਉਂਡਰੀ ਵੀ ਕਹਿ ਦਿੰਦੇ ਆ ਇਹਨੂੰ। ਇਹ ਆਪਣੇ ਮਤਲਬ ਕਿ ਆਸੇ ਪਾਸੇ ਦੇ ਦੇਸ਼ ਹੁੰਦੇ ਆ ਜਿਹੜੇ, ਉਹਨਾਂ ਦੇ ਨਾਲ ਹੀ ਸ਼ੇਅਰ ਕਰਦੇ ਆ, ਉਹਨੂੰ ਅਸੀਂ ਕਿਹੜੀ ਬਾਉਂਡਰੀ ਕਹਿੰਦੇ ਆ, ਆਰਟੀਫਿਸ਼ੀਅਲ ਬਾਉਂਡਰੀ ਕਹਿੰਦੇ ਆ। ਹੁਣ ਜਿਹੜੀ ਜਿਓਮੈਟਰੀਕਲ ਆ, ਉਹ ਰਾਜੇ ਅਸੀਂ ਮਤਲਬ ਕਿ ਲੌਂਗੀਟਿਊਡ ਲੈਟੀਟਿਊਡ ਦੇ ਬੇਸ 'ਤੇ ਕਰਦੇ ਆ। ਜਿਹੜੀ ਆਪਣੇ ਕੋਲ ਪਹਿਲੀ ਬਾਉਂਡਰੀ ਆ ਫਿਜ਼ੀਓਗ੍ਰਾਫੀ, ਰਾਜੇ ਫਿਜ਼ੀਓਗ੍ਰਾਫੀ ਆਪਾਂ ਕਰਦੇ ਆ ਕਿਸੇ ਰਿਵਰ ਦੇ ਆਧਾਰ 'ਤੇ ਹੋ ਗਿਆ, ਠੀਕ ਆ, ਕਿਸੇ ਮਾਊਂਟੇਨ ਦੇ ਆਧਾਰ 'ਤੇ ਹੋ ਗਿਆ, ਪਤਾ ਲੱਗ ਗਿਆ। ਕਿਸੇ ਮਾਊਂਟੇਨ ਰਿਵਰ ਨਾਲ ਅਸੀਂ ਫਿਜ਼ੀਓਗ੍ਰਾਫਿਕ ਬਾਉਂਡਰੀ ਤੈਅ ਕਰਦੇ ਹਾਂ। ਜਿਓਮੈਟਰੀਕਲ ਬਾਉਂਡਰੀ ਅਸੀਂ ਲੈਟੀਟਿਊਡ ਲੌਂਗੀਟਿਊਡ ਨਾਲ ਤੈਅ ਕਰਦੇ ਹਾਂ। ਆਰਟੀਫਿਸ਼ੀਅਲ ਜੋ ਮਤਲਬ ਕਿ ਆਪਾਂ ਆਸ-ਪਾਸ ਦੇ ਦੇਸ਼ ਦੇ ਨਾਲ ਕਲੀਅਰ ਕਰਦੇ ਹਾਂ। ਹੁਣ ਰਾਜੇ ਇੱਥੇ ਆਪਾਂ ਗੱਲ ਕਰਨੀ ਆ ਕਿਹੜੀ ਬਾਉਂਡਰੀ ਦੀ, ਆਰਟੀਫਿਸ਼ੀਅਲ ਦੀ। ਹੁਣ ਆਰਟੀਫਿਸ਼ੀਅਲ ਰਾਜੇ ਕਿੰਨੀ ਆ ਸਾਡੀ, ਤਾਂ ਪਹਿਲਾਂ ਦੇਖੋ ਰਾਜੇ ਤੁਸੀਂ ਆਰਟੀਫਿਸ਼ੀਅਲ ਨੂੰ ਛੱਡੋ, ਤਾਂ ਆਪਣੇ ਕੋਲੇ ਦੇਖੋ ਇੰਡੀਆ ਦੀ ਬਾਉਂਡਰੀ ਰਾਜੇ ਕਿੰਨੀ ਆ, ਲੈਂਡ ਬਾਰਡਰ ਕਿੰਨਾ ਕੁ ਇੰਡੀਆ ਦਾ, 15,106.7 ਕਿਲੋਮੀਟਰ। ਇਹ ਕੀ ਆ ਰਾਜੇ ਸਾਡੇ ਕੋਲੇ ਲੈਂਡ ਬਾਰਡਰ ਆ। ਅਤੇ ਕੋਸਟ ਲਾਈਨ ਕਿੰਨੀ ਹੈਗੀ ਆ ਰਾਜੇ, ਕੋਸਟ ਲਾਈਨ ਉਹ ਹੁੰਦੀ ਹੈ ਜਿੱਥੇ ਮਤਲਬ ਕਿ ਸਾਨੂੰ ਪਾਣੀ ਲੱਗਦਾ। ਪਾਣੀ ਤਾਂ ਸਾਡੇ ਕੋਲ ਨੀਚੇ ਨੀਚੇ ਲੱਗਦਾ ਨਾ, ਇੱਥੋਂ ਮਤਲਬ ਕਿ ਗੁਜਰਾਤ ਤੋਂ ਸ਼ੁਰੂ ਹੁੰਦਾ, ਫਿਰ ਇੱਧਰ ਨੂੰ ਲੈ ਕੇ ਆ ਇੰਨਾ ਇੰਨਾ ਏਰੀਆ ਸਾਡਾ ਪਾਣੀ ਵਾਲਾ, ਆਹ ਨੀਚੇ ਨੀਚੇ ਦਾ ਏਰੀਆ ਸਾਰਾ ਇੱਥੋਂ ਲੈ ਕੇ ਪਾਣੀ ਆ, ਠੀਕ ਆ। ਤਾਂ ਰਾਜੇ ਕੋਸਟ ਲਾਈਨ ਕਿੰਨੀ ਆ ਸਾਡੀ, 7516 ਕਿਲੋਮੀਟਰ ਆ। ਤਾਂ ਦੇਖੋ ਇਸ ਤੋਂ ਬਾਅਦ ਦੇਖੋ ਰਾਜੇ ਸਾਡੇ ਕੋਲ ਕੀ ਆ, ਜੇ ਆਪਾਂ ਦੇਖੀਏ ਬਈ 6100 ਕਿਲੋਮੀਟਰ ਆਫ ਮੇਨਲੈਂਡ ਕੋਸਟ ਲਾਈਨ ਪਲੱਸ ਕੋਸਟ ਲਾਈਨ ਆਫ 1197 ਇੰਡੀਅਨ ਆਈਲੈਂਡ, ਠੀਕ ਆ। ਤਾਂ ਰਾਜੇ ਮੇਨਲੈਂਡ ਦੇ ਵਿੱਚੋਂ ਤਾਂ ਜਿਹੜੀ ਆਪਣੀ ਆਹ ਵਾਲੇ ਏਰੀਏ ਦੀ ਹੋਗੀ ਆਹ, ਤਾਂ ਆਹ ਵਾਲੀ ਇਹ ਜਿਹੜਾ ਮਤਲਬ ਇੱਥੋਂ ਮੇਨਲੈਂਡ ਦਾ ਟੋਟਾ ਪਾਣੀ ਨਾਲ ਲੱਗਦਾ, ਇਹਦਾ ਹੈਗੀ ਆ 6100 ਕਿਲੋਮੀਟਰ। ਤਾਂ ਰਾਜੇ ਇਸ ਤੋਂ ਬਾਅਦ 'ਚ ਜਿਹੜੀ ਆਪਾਂ 1197 ਵਾਲੀ ਦੀ ਗੱਲ ਕਰਦੇ ਹਾਂ, ਇਹ ਹੈਗੀ ਆ ਜਿਵੇਂ ਉਹ ਆਪਣੇ ਆ ਇੱਧਰਲੇ ਹੋ ਗਏ ਲਕਸ਼ਦੀਪ ਵਾਲੇ ਆ ਹੋ ਗਏ ਨਾ, ਤਾਂ ਮਤਲਬ ਇਹ ਵਾਲੇ ਹੋ ਗਏ। ਪਤਾ ਲੱਗ ਗਿਆ ਤੁਹਾਨੂੰ, ਮਤਲਬ ਕਿਹੜੇ ਆ ਉਹ, ਮਤਲਬ ਕਿ ਆਪਣੇ ਡਾਇਰੈਕਟ ਇੱਥੇ ਲੈਂਡ ਦੇ ਥਰੂ ਆਪਣੇ ਨਾਲ ਨਹੀਂ ਜੁੜੇ, ਤਾਂ ਕਰਕੇ ਉਹਨਾਂ ਨੂੰ ਆਪਾਂ ਮੇਨ ਲੈਂਡ ਦੇ ਵਿੱਚ ਨਹੀਂ ਕਰਦੇ। ਉਹ ਰਾਜੇ ਕੋਸਟ ਲਾਈਨ ਆਫ ਆ ਅਤੇ ਇੰਡੀਅਨ ਆਈਲੈਂਡ ਦੀ ਆ। ਅਤੇ ਜਿਹੜੀ ਆਪਣੀਆਂ ਮੇਨਲੈਂਡ ਦੀ ਕੋਸਟ ਲਾਈਨ ਆ, ਗੁਜਰਾਤ ਤੋਂ ਲੈ ਕੇ, ਗੁਜਰਾਤ ਹੋ ਗਿਆ, ਮਹਾਰਾਸ਼ਟਰ, ਕੇਰਲਾ, ਤਾਮਿਲਨਾਡੂ, ਉੜੀਸਾ, ਮਤਲਬ ਇਹ ਚੀਜ਼ਾਂ ਦੀਆਂ ਆਪਾਂ ਸਾਰੀਆਂ ਲਾ ਕੇ ਇਹ ਆਪਣੇ ਮੇਨਲੈਂਡ ਦੀ ਕੋਸਟ ਲਾਈਨ ਆ। ਓਕੇ, ਦੇਖੋ ਰਾਜੇ ਆਹ ਤੁਸੀਂ ਕੁਛ ਕੁ ਸਟੇਟ ਨੇ, ਇਹਨਾਂ ਦੇ ਬਾਰੇ ਤੁਸੀਂ ਇਹ ਹੀ ਨੋਟ ਕਰ ਲਿਓ, ਬਾਕੀ ਤੁਹਾਡੇ ਯਾਦ ਰਹਿ ਹੀ ਜਾਣੀਆਂ। ਜਿਵੇਂ ਰਾਜੇ ਇੱਕ ਹੈਗੀ ਆ ਸਾਡੇ ਕੋਲ ਐਮਪੀ ਨੂੰ ਅਸੀਂ ਕਹਿੰਦੇ ਹਾਂ ਇੰਡੀਆ ਦਾ ਦਿਲ, ਕਹਿੰਦੇ ਹਾਂ ਅਸੀਂ ਹਾਰਟ ਆਫ ਇੰਡੀਆ। ਛੱਤੀਸਗੜ੍ਹ, ਝਾਰਖੰਡ, ਦਿੱਲੀ, ਹਰਿਆਣਾ, ਤੇਲੰਗਾਨਾ, ਠੀਕ ਆ। ਰਾਜੇ ਇਹ ਉਹ ਸਟੇਟ ਨੇ ਜਿਨ੍ਹਾਂ ਦੀ ਇੰਟਰਨੈਸ਼ਨਲ ਜਾਂ ਕੋਈ ਕੋਸਟ ਲਾਈਨ ਬਾਉਂਡਰੀ ਹੈ ਉਹ ਨਹੀਂ, ਠੀਕ ਆ। ਬਸ ਇਹ ਘੱਟ ਨੇ ਰਾਜੇ, ਤਾਂ ਤੁਹਾਨੂੰ ਇਹ ਯਾਦ ਰੱਖਣੀਆਂ ਸੌਖੀਆਂ ਨੇ। ਇਹ ਤੋਂ ਬਿਨਾਂ ਬਾਕੀ ਸਾਰੀਆਂ ਜਿੰਨੀਆਂ ਹੈਗੀਆਂ ਨੇ ਬਸ ਉਹ ਤੁਹਾਨੂੰ ਆਪੇ ਯਾਦ ਰਹਿ ਜਾਣਗੀਆਂ। ਤੁਸੀਂ ਜਿਹੜੀਆਂ ਦੀਆਂ ਵਿੱਚ ਹੈ ਨਹੀਂ, ਇਹ ਘੱਟ ਨੇ, ਤਾਂ ਤੁਸੀਂ ਇਹੀ ਯਾਦ ਕਰ ਲੈਣਾ। ਮੱਧ ਪ੍ਰਦੇਸ਼, ਠੀਕ ਆ, ਛੱਤੀਸਗੜ੍ਹ, ਝਾਰਖੰਡ, ਦਿੱਲੀ, ਹਰਿਆਣਾ, ਤੇਲੰਗਾਨਾ,
ਇਹਨਾਂ ਤੋਂ ਬਿਨਾਂ ਬਾਕੀ ਜਿੰਨੀਆਂ ਸਟੇਟਸ ਨੇ ਸਾਰਿਆਂ ਦੇ ਕੋਲੇ ਜਾਂ ਤਾਂ ਕੋਸਟ ਲਾਈਨ ਬਾਉਂਡਰੀ ਹੈਗੀ ਆ, ਜਾਂ ਤਾਂ ਮਤਲਬ ਪਾਣੀ ਦੇ ਥਰੂ ਲੱਗਦੇ ਆ, ਤੇ ਜਾਂ ਫਿਰ ਉਹਨਾਂ ਨੂੰ ਕੀ ਲੱਗਦਾ, ਕੋਈ ਇੰਟਰਨੈਸ਼ਨਲ ਬਾਰਡਰ ਲੱਗਦਾ। ਤਾਂ ਇਹ ਰਾਜੇ ਇਹਨਾਂ ਨੂੰ ਕੁਝ ਵੀ ਨਹੀਂ ਲੱਗਦਾ। ਹੁਣ ਦੇਖੋ ਰਾਜੇ ਲੌਂਗੈਸਟ ਤੇ ਸਮਾਲੈਸਟ ਬਾਰਡਰ ਇੰਡੀਆ ਦਾ ਕਿਹਦੇ ਨਾਲ ਲੱਗਦਾ, ਤਾਂ ਲੌਂਗੈਸਟ ਬਾਰਡਰ ਸਾਡਾ ਕਿਹਦੇ ਨਾਲ ਲੱਗਦਾ ਰਾਜੇ, ਆਪਾਂ ਸਭ ਤੋਂ ਵੱਡਾ ਬਾਰਡਰ ਕਿਹਦੇ ਨਾਲ ਸ਼ੇਅਰ ਕਰਦੇ ਹਾਂ ਅਸੀਂ, ਬੰਗਲਾਦੇਸ਼ ਨਾਲ। ਤੇ ਸਾਰਿਆਂ ਨਾਲੋਂ ਛੋਟਾ ਕਿਹਦੇ ਨਾਲ ਕਰਦੇ ਹਾਂ ਅਸੀਂ, ਅਫਗਾਨਿਸਤਾਨ ਦੇ ਨਾਲ। ਕਲੀਅਰ ਆ ਰਾਜੇ, ਆ ਇੱਥੇ ਲਿਸਟ ਆ ਗਈ ਬੰਗਲਾਦੇਸ਼ ਨਾਲ ਕਿੰਨਾ, ਚਾਈਨਾ, ਪਾਕਿਸਤਾਨ, ਨੇਪਾਲ, ਮਿਆਂਮਾਰ, ਭੂਟਾਨ, ਅਫਗਾਨਿਸਤਾਨ। ਇਹ ਮਤਲਬ ਕਿ ਐਵੇਂ ਹੀ ਆ, ਉੱਪਰ ਸਾਰਿਆਂ ਨੂੰ ਵੱਧਦਾ, ਨੀਚੇ ਤੱਕ ਘਟਦੇ ਆਉਂਦੇ ਆ। ਤੇ ਆਹ ਸਾਡੇ ਕੋਲੇ ਹੋ ਗਿਆ ਟੋਟਲ। ਕਲੀਅਰ ਆ, ਇਹਨੂੰ ਤੁਸੀਂ ਦੇਖ ਵੀ ਸਕਦੇ ਹੋ ਬਾਅਦ ਚ। ਦੇਖੋ ਰਾਜੇ ਆ ਇਹਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਲਈ, ਤੇ ਆ ਵੀ ਆਪਾਂ ਪਹਿਲਾਂ ਸਮਝ ਚੁੱਕੇ ਹਾਂ ਇੰਡੀਆ ਦਾ ਕਿੱਥੇ ਕੁਛ ਆ। ਹੁਣ ਦੇਖੋ ਰਾਜੇ, ਹੁਣ ਆਪਾਂ ਗੱਲ ਕਰਦੇ ਹਾਂ ਇੰਡੀਆ ਤੇ ਇੰਡੀਆ ਦੇ ਗਵਾਂਢੀ ਦੇਸ਼ ਦੀ। ਆਹ ਤਾਂ ਆਪਣਾ ਰਾਜੇ ਜੋ ਵਾਈਟ ਕਲਰ ਦੇ ਵਿੱਚ ਆ ਨਾ, ਇਹ ਪੂਰਾ ਆਪਣਾ ਕੀ ਆ, ਇੰਡੀਆ ਵਾਲਾ। ਠੀਕ ਆ, ਆ ਆਪਣੇ ਕੋਲੇ ਕੀ ਆ, ਇੱਧਰ ਅਰਬ ਸਾਗਰ ਆ, ਮੈਂ ਇਹ ਲਿਖ ਦਿੰਦਾ। ਆ ਆਪਣੇ ਕੋਲੇ BOB ਯਾਨੀ ਕਿ ਬੇ ਆਫ ਬੰਗਾਲ ਆ। ਤਾਂ ਦੇਖੋ ਰਾਜੇ ਇਹ ਆਪਣੇ ਕੀ ਨੇ, ਗੁਆਂਢੀ ਦੇਸ਼ ਨੇ। ਤਾਂ ਹੁਣ ਗੁਆਂਢੀ ਦੇਸ਼ ਕਿਹੜੇ ਕਿਹੜੇ ਨੇ, ਇੱਕ ਤਾਂ ਰਾਜੇ ਪਹਿਲੇ ਨੰਬਰ 'ਤੇ ਹੋ ਗਿਆ ਸਾਡੇ ਕੋਲੇ ਪਾਕਿਸਤਾਨ, ਅਫਗਾਨਿਸਤਾਨ ਇੱਧਰੋਂ ਲੱਗ ਜਾਓ ਕਾਊਂਟ ਕਰ। ਤੇ ਫਿਰ ਇੱਥੇ ਹੋ ਗਿਆ ਸਾਡੇ ਕੋਲੇ ਨੇਪਾਲ, ਭੂਟਾਨ ਹੋ ਗਿਆ, ਬੰਗਲਾਦੇਸ਼ ਹੋ ਗਿਆ, ਮਿਆਂਮਾਰ ਹੋ ਗਿਆ। ਠੀਕ ਆ, ਔਰ ਰਾਜੇ ਇੱਥੇ ਆਪਣੇ ਕੋਲ ਚਾਈਨਾ ਹੋ ਗਿਆ। ਠੀਕ ਆ, ਇਹ ਇੱਧਰ ਨੀਚੇ ਆਪਣੇ ਕੋਲ ਕਿਹੜਾ ਹੋ ਗਿਆ, ਸ੍ਰੀਲੰਕਾ ਹੋ ਗਿਆ। ਠੀਕ ਆ, ਇੱਥੇ ਸ੍ਰੀਲੰਕਾ ਹੋ ਗਿਆ। ਮਤਲਬ ਇਹ ਉਹ ਨੇ ਜਿਹੜੇ ਆਪਾਂ ਨੂੰ ਇੱਥੇ ਆਪਣੇ ਕੀ ਨੇ, ਆਸ ਪੜੋਸੀ ਦੇ ਦੇਸ਼ ਨੇ। ਕਲੀਅਰ ਆ। ਤਾਂ ਰਾਜੇ ਇਹਨਾਂ ਦੇ ਵਿੱਚ ਅਗਰ ਤੁਸੀਂ ਕਲਰ, ਵੈਸੇ ਆ ਨੀਚੇ ਇੱਧਰ ਮੈਪ ਦੇ ਵਿੱਚ ਇੱਥੇ ਦੱਸਿਆ ਰਾਜੇ ਉਹਨਾਂ ਨੇ ਕਿਹੜਾ ਕਲਰ ਕਿਹੜੇ ਦੇਸ਼ ਨੂੰ ਦਿਖਾ ਰਿਹਾ, ਪਰ ਮੈਂ ਤੁਹਾਨੂੰ ਬੋਲ ਨਾਮ ਹੀ ਦੱਸਦੇ। ਔਰ ਰਾਜੇ ਇਹ ਤੁਹਾਨੂੰ ਵੈਸੇ ਵੀ ਯਾਦ ਹੀ ਨੇ, ਗੁਆਂਢੀ ਦੇਸ਼ ਨੇ ਆਪਣੇ ਪਤਾ ਹੋਣਾ ਚਾਹੀਦਾ ਵੀ ਤੁਹਾਨੂੰ ਗੁਆਂਢੀ ਦੇਸ਼ ਆਪਣੇ ਕਿਹੜੇ ਕਿਹੜੇ ਨੇ। ਹੁਣ ਰਾਜੇ ਕੁਛ ਕੁ ਦੇਸ਼ ਤਾਂ ਇਹੋ ਜਿਹੇ ਨੇ ਜਿਨ੍ਹਾਂ ਦੇ ਨਾਲ ਸਾਡਾ ਡਿਸਪਿਊਟ ਚੱਲਦਾ, ਉਹ ਜਦੋਂ ਆਪਾਂ ਅੱਗੇ ਮਤਲਬ ਇਹਨਾਂ ਦੇ ਬਾਰੇ ਕਰਾਂਗੇ ਨਾ, ਇਹਨਾਂ ਦੇ ਰਿਲੇਸ਼ਨ ਦੀ ਗੱਲ ਕਰਾਂਗੇ ਕੰਟਰੀਆਂ ਦੇ ਨਾਲ, ਤਾਂ ਉਹਦੇ ਵਿੱਚ ਆਪਾਂ ਕਵਰ ਕਰਾਂਗੇ ਪਾਕਿਸਤਾਨ ਨਾਲ ਸਾਡਾ ਕਿਹੜਾ ਰਿਲੇਸ਼ਨ ਚੱਲਦਾ, ਕਿਵੇਂ ਦੇ ਫਾਈਟ ਦੇ ਲਈ ਸਾਡੇ ਕੋਲ ਕਿਹੜੀਆਂ ਪਲੇਸ ਨੇ ਜਿਨ੍ਹਾਂ ਦੇ ਪਿੱਛੇ ਸਾਡਾ ਉਹਦੇ ਨਾਲ ਡਿਸਪਿਊਟ ਆ। ਤਾਂ ਚਾਈਨਾ ਨੂੰ ਲੈ ਕੇ ਇੱਥੇ ਨੇਪਾਲ ਤੇ ਭੂਟਾਨ ਦੇ ਤਿੰਨਾਂ ਦਾ ਜਿਹੜਾ ਟ੍ਰਾਈਐਕਸ਼ਨ ਆ, ਉੱਥੇ ਸਾਡਾ ਕੀ ਡਿਸਪਿਊਟ ਚੱਲਦਾ, ਕਿਹੜੀ ਕੰਟਰੀ ਨਾਲ ਸ਼ਾਂਤਮਈ ਤਰੀਕੇ ਨਾਲ ਰਹਿੰਦੇ ਆਪਣੇ ਆਸ ਪੜੋਸ ਦੇ ਨਾਲ। ਠੀਕ ਆ, ਤਾਂ ਇਹਨਾਂ ਦੇ ਬਾਰੇ ਜਦੋਂ ਆਪਾਂ ਗੱਲ ਕਰਾਂਗੇ ਰਾਜੇ, ਉਦੋਂ ਆਪਾਂ ਇਹਨਾਂ ਦੇ ਬਾਰੇ ਦੇਖਾਂਗੇ। ਦੇਖੋ ਰਾਜੇ ਇੱਕ ਨਾ ਆ ਤਾਂ ਹੈਗਾ ਆਪਣਾ ਇੰਡੀਆ, ਆ ਇੱਧਰ। ਠੀਕ ਆ, ਬਲੈਕ ਲਾਈਨ ਆ ਕਿਹਦੀ, ਆਪਣੇ ਇੰਡੀਆ ਦੀ ਆ। ਤਾਂ ਇਸ ਤੋਂ ਬਾਅਦ 'ਚ ਦੇਖੋ ਰਾਜੇ ਆ ਆਪਣੇ ਕੋਲ ਆ ਗਿਆ ਫਿਰ ਪਾਕਿਸਤਾਨ। ਪਾਕਿਸਤਾਨ ਤੋਂ ਅੱਗੇ ਟੱਪ ਗਿਆ ਸਾਡੇ ਕੋਲ ਅਫਗਾਨਿਸਤਾਨ। ਹੁਣ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿਚਾਲੇ ਰਾਜੇ ਆ ਜਿਹੜੀ ਰੈੱਡ ਵਾਲੀ ਲਾਈਨ ਜਾਂਦੀ ਹੈ, ਜਿਹਦੇ ਤੋਂ ਮੈਂ ਡਰਾਅ ਕਰ ਰਿਹਾ, ਇਹਨੂੰ ਕਹਿੰਦੇ ਆ ਡੂਰੰਡ ਲਾਈਨ। ਡੂਰੰਡ ਲਾਈਨ ਆ ਰਾਜੇ। ਤਾਂ ਇਹੀ ਮਤਲਬ ਆਪਣੇ ਭਾਰਤ ਨੂੰ ਇਹ ਥੋੜ੍ਹਾ ਜਿਹਾ ਟੱਚ ਕਰਦੀ ਆ। ਤਾਂ ਜੇ ਤੁਹਾਨੂੰ ਪੁੱਛ ਲਿਆ ਵੀ ਅਫਗਾਨਿਸਤਾਨ ਕਿੱਥੋਂ ਟੱਚ ਕਰਦਾ, ਤਾਂ ਆਪਾਂ ਨੂੰ ਤਾਂ ਰਾਜੇ ਇਹ ਥੋੜ੍ਹਾ ਜਿਹਾ ਟੱਚ ਕਰਦਾ। ਠੀਕ ਆ, ਆਪਾਂ ਨੂੰ ਕਿੱਥੋਂ ਟੱਚ ਕਰਦਾ, ਇਹ ਥੋੜ੍ਹਾ ਜਿਹਾ ਟੱਚ ਕਰਦਾ। ਤੇ ਇਹਦਾ ਅਸੀਂ ਨਾਮ ਕੀ ਦਿੰਦੇ ਆ, ਡੂਰੰਡ ਲਾਈਨ। ਕਲੀਅਰ ਆ, ਅਫਗਾਨਿਸਤਾਨ ਨਾਲ ਕਿਹੜੀ ਆ। ਬਾਕੀ ਰਾਜੇ ਜਦੋਂ ਆਪਾਂ ਗੱਲ ਕਰਾਂਗੇ ਨਾ, ਮੈਂ ਤੁਹਾਨੂੰ ਗੁਆਂਢੀ ਦੇਸ਼ਾਂ ਬਾਰੇ ਕਰਾਵਾਂਗੇ, ਉਦੋਂ ਆਪਾਂ ਦੇਖਾਂਗੇ ਵੀ ਆ ਇੱਥੇ ਏਰੀਏ ਦੇ ਬਾਰੇ, ਇਹਦੇ ਬਾਰੇ ਪ੍ਰੋਪਰ ਆਪਾਂ ਗੱਲ ਕਰਾਂਗੇ ਵੀ ਇੱਥੇ ਕਿਹੜਾ ਬ੍ਰਿਜ ਆ, ਔਰ ਇਹਦਾ ਕਿਹੜਾ ਪੁਆਇੰਟ ਇੱਧਰ ਲੱਗਦਾ, ਚਾਈਨਾ ਦੇ ਨਾਲ ਅਸੀਂ ਡਿਸਪਿਊਟ ਨੇ ਕਿਹੜੇ ਉਹ ਦੇਖਾਂਗੇ। ਇੱਧਰ ਸਾਡੇ ਆ ਮਿਆਂਮਾਰ ਸਾਡੇ 'ਚੋਂ ਨਿਕਲਿਆ ਰਾਜੇ ਵੀ, ਪਾਕਿਸਤਾਨ ਵੀ ਇੱਧਰੋਂ। ਮਤਲਬ ਇਹ ਸਾਰੇ ਏਰੀਏ ਦੇ ਬਾਰੇ ਉਦੋਂ ਆਪਾਂ ਪੂਰੇ ਵਿਸਤਾਰ ਦੇ ਵਿੱਚ ਚਰਚਾ ਕਰਾਂਗੇ। ਗਲੋਬ ਦੇ ਬਾਰੇ ਜਿੰਨੇ ਜਿਓਗ੍ਰਾਫੀ ਦੇ ਆਪਣੇ ਟੌਪਿਕ ਆ ਰਾਜੇ, ਸਾਰੇ 1 ਬਾਏ 1 ਕਰਕੇ ਆਪਾਂ ਕਵਰ ਕਰਨੇ ਆ। ਔਰ ਅੱਜ ਦੀ ਵੀਡੀਓ ਦੇ ਵਿੱਚ ਰਾਜੇ ਜਿੰਨਾ ਸਾਡਾ ਇੰਪੋਰਟੈਂਟ ਸੀਗਾ ਉਨਾ ਅਸੀਂ ਤੁਹਾਨੂੰ ਡਿਲੀਵਰ ਕਰ ਚੁੱਕੇ ਹਾਂ। ਠੀਕ ਆ, ਉਮੀਦ ਕਰਦੇ ਹਾਂ ਵੀ ਤੁਸੀਂ ਪ੍ਰੋਪਰਲੀ ਸੁਣਿਆ ਹੋਊਗਾ, ਨੋਟ ਕੀਤਾ ਹੋਊਗਾ, ਸਮਝਿਆ ਹੋਊਗਾ। ਤਾਂ ਰਾਜੇ ਇਹਦੇ ਵਿੱਚੋਂ ਫਿਰ ਵੀ ਕੋਈ ਡਾਊਟ ਰਹਿੰਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਛੱਡ ਸਕਦੇ ਹੋ, ਅਤੇ ਅਸੀਂ ਤੁਹਾਨੂੰ ਰਿਪਲਾਈ ਜ਼ਰੂਰ ਕਰਾਂਗੇ, ਕਲੀਅਰ ਕਰਾਂਗੇ। ਪਰ ਜਦੋਂ ਰਾਜੇ ਆਪਾਂ ਜਿਓਗ੍ਰਾਫੀ ਦੇ ਟੌਪਿਕ ਸਟਾਰਟ ਕਰਤੇ, ਤਾਂ ਵੈਸੇ ਤਾਂ 100% ਤੁਹਾਡੇ ਡਾਊਟ ਜੋ ਵੀ ਬਚਣਗੇ ਉਹ ਤੁਹਾਨੂੰ ਆਪਣੇ ਆਪ ਕਲੀਅਰ ਹੋ ਜਾਣੇ ਆ। ਪਰ ਫਿਰ ਵੀ ਕੋਈ ਰਹਿੰਦਾ ਰਾਜੇ ਤਾਂ ਅਸੀਂ ਤੁਹਾਡੇ ਲਈ ਹਾਜ਼ਰ ਹਾਂ। ਓਕੇ, ਹੁਣ ਦੇਖੋ ਰਾਜੇ ਇੱਕ ਵਾਰ ਤੋਂ ਦੁਬਾਰਾ ਤੋਂ ਦੇਖ ਲੈਂਦੇ ਆਪਾਂ। ਠੀਕ ਆ, ਕੋਈ ਚੀਜ਼ ਆਪਣੀ ਸਕਿਪ ਤਾਂ ਨਹੀਂ। ਠੀਕ ਆ, ਤਾਂ ਰਾਜੇ ਤੁਸੀਂ ਫੋਲੋ ਸਬਸਕ੍ਰਾਈਬ ਜ਼ਰੂਰ ਕਰਨਾ ਸਾਨੂੰ। ਦੇਖੋ ਰਾਜੇ ਆਪਾਂ ਫਾਦਰ ਦੀ ਇੱਥੋਂ ਗੱਲ ਕਰ ਲਈ ਆ, ਭਾਰਤ ਇੰਡੀਆ ਦੇ ਨੇਮਸ ਦੀ ਗੱਲ ਕਰ ਲਈ ਆ, ਲੋਕੇਸ਼ਨ ਦੀ ਗੱਲ ਕਰ ਲਈ, ਸਦਰਨ ਨਾਰਥ ਪੁਆਇੰਟ ਦੀ ਗੱਲ ਕਰ ਲਈ, ਐਕਸਟੈਂਸ਼ਨ ਦੀ ਗੱਲ ਕਰ ਚੁੱਕੇ ਹਾਂ, ਔਰ ਆਪਾਂ ਏਰੀਆ ਵਾਈਜ਼ ਕੰਟਰੀ ਦੇਖ ਚੁੱਕੇ ਹਾਂ। ਬਾਉਂਡਰੀ ਆਫ ਇੰਡੀਆ ਇਹ ਵੀ ਦੇਖ ਲਈ, ਲੌਂਗੈਸਟ ਸਮਾਲੈਸਟ ਬਾਰਡਰ ਇਹਦੀ ਗੱਲ ਕਰ ਲਈ ਆ, ਔਰ ਗਲੋਬ 'ਤੇ ਵੀ ਦੇਖ ਲਏ, ਕੌਂਟੀਨੈਂਟ ਵੀ ਦੇਖ ਲਏ। ਫਿਰ ਅਜੇ ਇਹਦੋਂ ਬਾਅਦ 'ਚ ਆਪਾਂ ਗੁਆਂਢੀ ਦੇਸ਼ਾਂ ਦੀ ਵੀ ਗੱਲ ਕਰ ਲਈ। ਠੀਕ ਆ, ਇਹਦੋਂ ਬਾਅਦ ਰਾਜੇ ਲੈਕਚਰ ਬਹੁਤ ਲੰਬਾ ਹੋ ਜਾਣਾ, ਤਾਂ ਇੰਨਾ ਲੰਬਾ ਫਿਰ ਤੁਹਾਨੂੰ ਵੀ ਬੈਠਣਾ ਔਖਾ ਰਾਜੇ। ਠੀਕ ਆ, ਅਤੇ ਤੁਸੀਂ ਆਪਾਂ ਹੁਣ ਕੱਲ੍ਹ ਨੂੰ ਇਹਦਾ ਪਾਰਟ 2 ਕਰਾਂਗੇ ਰਾਜੇ। ਇਹਦੋਂ ਬਾਅਦ ਆਪਾਂ ਟੌਪਿਕ ਵਾਈਜ਼ ਸਟਾਰਟ ਕਰ ਦੇਣਾ। ਆਪਾਂ ਗੁਆਂਢੀ ਦੇਸ਼ਾਂ ਦੇ ਬਾਰੇ ਵੀ ਰਾਜੇ ਗੱਲ ਕਰਾਂਗੇ ਜਦੋਂ ਆਪਾਂ ਦੇਖਾਂਗੇ ਵੀ ਮਤਲਬ ਮੈਕਮੋਹਨ ਰੇਖਾ ਸਾਡੀ ਕਿਹੜੀ ਆ, ਲਾਈਨ ਆਫ ਐਕਚੁਅਲ ਕੰਟਰੋਲ ਕਿੱਧਰ ਆ ਸਾਡੀ, ਡੂਰੰਡ ਲਾਈਨ। ਠੀਕ ਆ,
ਜਾਂ ਕਿਸੇ ਹੋਰ ਕੰਟਰੀ ਦੇ ਨਾਲ ਜਿਹੜਾ ਵੀ ਸਾਡਾ ਕੋਈ ਹੈ, ਕੋਈ ਟ੍ਰੀਟੀ ਕੀਤੀ ਹੈ ਅਸੀਂ ਕਿਸੇ ਦੇਸ਼ ਨਾਲ ਕੋਈ ਸੰਧੀ ਕੀਤੀ ਆ, ਉਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਉਹਨਾਂ ਦੇ ਬਾਰੇ ਕਰਾਂਗੇ ਨਾ ਅੱਗੇ ਤਾਂ ਰਾਜੇ, ਉਦੋਂ ਆਪਾਂ ਪ੍ਰੋਪਰ ਵੇ ਨਾਲ ਕਵਰ ਕਰਨੀਆਂ। ਆਹ ਤਾਂ ਇੱਕ ਰਾਜੇ ਬੇਸਿਕ ਓਵਰਵਿਊ ਦਿੱਤਾ ਤੁਹਾਨੂੰ ਵੀ ਆਪਾਂ ਜਿਓਗ੍ਰਾਫੀ ਨੂੰ ਕਵਰ ਕਰਨਾ ਰਾਜੇ ਪੂਰਾ ਧਿਆਨ ਦੇ ਨਾਲ, ਠੀਕ ਆ। ਤਾਂ ਰਾਜੇ ਤੁਸੀਂ ਆਹ ਸਾਡਾ ਟੈਲੀਗ੍ਰਾਮ ਦਾ ਲਿੰਕ ਆ, ਇਹਦੇ ਤੇ ਤੁਸੀਂ ਜੁਆਇਨ ਕਰਨਾ। ਆਹ ਇੰਸਟਾਗ੍ਰਾਮ ਦਾ ਅਕਾਊਂਟ ਰਾਜੇ, ਤਾਂ ਇਹਦੇ ਤੇ ਤੁਸੀਂ ਫੋਲੋ ਕਰਨਾ ਪੰਜਾਬ ਸਟੱਡੀ IQ। ਸਬਸਕ੍ਰਾਈਬ ਕਰਨਾ ਰਾਜੇ ਸਾਡੇ YouTube ਚੈਨਲ ਨੂੰ ਪੰਜਾਬ ਸਟੱਡੀ IQ। ਥੈਂਕ ਯੂ।